ਬਚਨ ਸਿੰਘ ਸੁਭਾਅ ਪੱਖੋਂ ਬਹੁਤ ਹੀ ਨਰਮ ਸੀ ਤੇ ਅੰਤਾਂ ਦਾ ਮਿਹਨਤੀ ਸੀ, ਜਿਸ ਕਰਕੇ ਉਸਦੇ ਪਰਿਵਾਰ ਦਾ ਗੁਜ਼ਾਰਾ ਵਧੀਆ ਚੱਲਦਾ ਸੀ। ਵਧੀਆ ਮਤਲਬ ਆਈ ਚਲਾਈ ਚੱਲੀ ਜਾਂਦੀ ਸੀ, ਪਰ ਬਚਦਾ ਬਚਾਉਂਦਾ ਕੁਝ ਨਹੀਂ ਸੀ। ਉੱਪਰੋਂ ਥਲੀ ਦੇ 3 ਨਿਆਣੇ ਹੋ ਗਏ, 2 ਮੁੰਡੇ ਤੇ 1 ਕੁੜੀ। ਬਚਨ ਸਿੰਘ ਦੇ ਘਰਵਾਲੀ ਦਾ ਸੁਭਾਅ ਅੜਬ ਸੀ, ਜਿਸ ਕਰਕੇ ਉਸਦੀ ਗਲੀ ਗਵਾਂਢ ਦੀਆਂ ਜਨਾਨੀਆਂ ਨਾਲ ਬਣਦੀ ਨਹੀਂ ਸੀ। ਸਾਰਾ ਦਿਨ ਡੰਗਰਾਂ ਨਾਲ ਡੰਗਰ ਹੋਈ ਰਹਿੰਦੀ। ਦਿਨੋਂ ਦਿਨ ਵੱਧਦੀ ਮਹਿੰਗਾਈ ਕਰਕੇ ਘਰ ਦਾ ਗੁਜ਼ਾਰਾ ਹੁਣ ਬੜੀ ਮੁਸ਼ਕਲ ਨਾਲ ਚੱਲਣ ਲੱਗਾ ਸੀ। ਦੋਨੋਂ ਜੀ ਆਪ ਵੀ ਅਨਪੜ੍ਹ ਹੋਣ ਕਰਕੇ ਜਵਾਕਾਂ ਨੂੰ ਵੀ ਸਕੂਲ ਨਾ ਭੇਜਦੇ, ਜਿਸ ਕਰਕੇ ਤਿੰਨੋਂ ਹੀ ਜ਼ਿਆਦਾ ਪੜ੍ਹ ਲਿਖ ਨਾ ਸਕੇ। ਸਮਾਂ ਲੰਘਦਾ ਗਿਆ। ਦੋਨੋਂ ਮੁੰਡੇ ਤੇ ਕੁੜੀ ਹੁਣ ਜਵਾਨ ਹੋ ਚੁੱਕੇ ਸੀ। ਬਚਨ ਸਿੰਘ ਨੇ ਮੁੰਡਿਆਂ ਤੋਂ ਪਹਿਲਾਂ ਕੁੜੀ ਦੇ ਹੱਥ ਪੀਲੇ ਕਰਨ ਦੀ ਸੋਚੀ। ਕੁੜੀ ਤਾਂ ਵਿਆਹ ਦਿੱਤੀ, ਪਰ ਨਾਲ ਹੀ ਜੋ 2 ਕਿੱਲੇ ਪੈਲੀ ਸੀ ਉਹ ਵੀ ਗਹਿਣੇ ਧਰ ਦਿੱਤੀ, ਜਿਸ ਦੇ ਫਿਕਰ ਵਿੱਚ ਬਚਨ ਸਿੰਘ ਬਿਮਾਰ ਰਹਿਣ ਲੱਗਾ। ਆਪਣੇ ਜਿਉਂਦੇ ਜੀ ਦੋਨੋਂ ਮੁੰਡਿਆਂ ਵਿਆਹ ਵੀ ਕਿਸੇ ਗਰੀਬ ਘਰ ਦੀਆਂ ਕੁੜੀਆਂ ਨਾਲ ਕਰ ਦਿੱਤੇ ਤੇ ਆਪ ਆਪਣੀ ਕਬੀਲਦਾਰੀ ਤੋਂ ਸਰੂਖ ਹੋ ਕੇ ਰੱਬ ਨੂੰ ਪਿਆਰਾ ਹੋ ਗਿਆ। ਤੇ 6 ਮਹੀਨਿਆਂ ਦੇ ਵਕਫੇ ਨਾਲ ਘਰਵਾਲੀ ਵੀ ਇਸ ਦੁਨੀਆ ਤੋਂ ਰਸਤਕ ਹੋ ਗਈ। ਦੋਨੋਂ ਭਰਾ ਮਾੜਾ ਮੋਟਾ ਕੰਮ ਕਰਵਾ ਦਿੰਦੇ, ਪਰ ਇਸ ਨਾਲ ਘਰ ਦਾ ਗੁਜ਼ਾਰਾ ਨਹੀਂ ਸੀ ਹੁੰਦਾ। ਸਿਆਣੇ ਕਹਿੰਦੇ ਹੁੰਦੇ ਸੀ ਕਿ ਜੱਟ ਦਾ ਪੁੱਤ ਤਾਂ ਦਿਹਾੜੀ ਵੀ ਨਹੀਂ ਕਰ ਸਕਦਾ, ਪਰ ਫਿਰ ਵੀ ਦੋਨੋਂ ਭਰਾ ਜੋ ਵੀ ਕੰਮ ਮਿਲਦਾ ਕਰ ਲੈਂਦੇ। ਪਰ ਕਹਿੰਦੇ ਹੁੰਦੇ ਨੇ, ਜਿੱਥੇ ਗਰੀਬੀ ਹੋਵੇ ਉੱਥੇ ਫਿਰ ਕਲੇਸ਼ ਰਹਿਣ ਲੱਗ ਜਾਂਦਾ। ਦੋਨੋਂ ਦੀਆਂ ਘਰ ਵਾਲੀਆਂ ਕਲੇਸ਼ ਰੱਖਦੀਆਂ, ਆਪਸ ਵਿੱਚ ਗਾਲੀ ਗਲੋਚ ਕਰਦੀਆਂ ਰਹਿੰਦੀਆਂ। ਇਸ ਤੋਂ ਪਹਿਲਾਂ ਹੋਰ ਗੱਲ ਵਧੀ, ਦੋਨੋਂ ਭਰਾ ਅਲੱਗ ਹੋ ਗਏ। ਵੱਡੇ ਭਰਾ ਚਰਨ ਸਿੰਘ ਨੇ ਆਪਣੇ ਹਿੱਸੇ ਦਾ ਮਕਾਨ ਵੀ ਛੋਟੇ ਭਰਾ ਨੂੰ ਦੇ ਦਿੱਤਾ, ਕਿਉਂਕਿ ਮਕਾਨ ਬਹੁਤਾ ਵੱਡਾ ਨਹੀਂ ਸੀ। ਉੱਪਰੋਂ ਹਾਲਤ ਵੀ ਖਸਤਾ ਬਣੀ ਪਈ ਸੀ ਤੇ ਆਪ ਚਰਨ ਸਿੰਘ ਘਰਵਾਲੀ ਮਨਜੀਤ ਕੌਰ ਤੇ ਆਪਣੀ ਕੁੜੀ ਸ਼ਰਿੰਦਰ ਕੌਰ ਦੇ ਇੱਕ ਨਵੀਂ ਮੰਜ਼ਿਲ ਦੀ ਰਾਹ ਤਲਾਸ਼ ਵਿੱਚ ਅਣਜਾਣ ਰਾਹ ਤੇ ਤੁਰ ਪਿਆ। ਉਸ ਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਹੁਣ ਉਹ ਕੀ ਕਰੇ, ਕਿਉਂਕਿ ਨਾ ਤਾਂ ਉਸ ਕੋਲ ਜ਼ਿਆਦਾ ਪੈਸੇ ਸਨ ਤੇ ਨਾ ਹੀ ਕੋਈ ਰਹਿਣ ਦਾ ਟਿਕਾਣਾ। ਪਰ ਜੋ ਕਿਸਮਤ 'ਚ ਲਿਖਿਆ ਹੋਵੇ ਉਹੀ ਹੁੰਦਾ। ਬੰਦਾ ਤਾਂ ਬਸ ਉਸ ਪਰਮਾਤਮਾ ਦਾ ਹੱਕ ਹੁਕਮ ਵਜਾਉਂਦਾ ਰਹਿੰਦਾ ਤੇ ਉਹ ਵੀ ਆਪਣੇ ਕਰਮਾਂ 'ਚ ਲਿਖਿਆ ਦਾਣਾ ਪਾਣੀ ਚੁਗਣ ਲਈ ਸ਼ਹਿਰ ਪਹੁੰਚ ਜਾਂਦਾ ਹੈ। ਉਸ ਸਮੇਂ ਰਹਿਣ ਸਹਿਣ ਦੀ ਇੰਨੀ ਸਮੱਸਿਆ ਨਹੀਂ ਸੀ ਆਉਂਦੀ, ਕਿਉਂਕਿ ਲੋਕ ਵੀ ਮਿਲਵਰਤਣ ਵਾਲੇ ਹੁੰਦੇ ਸਨ ਤੇ ਇੱਕ ਦੂਜੇ ਦੀ ਮਦਦ ਵੀ ਦਿਲ ਖੋਲ੍ਹ ਕੇ ਕਰਦੇ ਸਨ। ਉਸ ਨੂੰ ਵੀ ਉਹਨਾਂ ਦੇ ਪਿੰਡ ਦਾ ਇੱਕ ਵਿਅਕਤੀ, ਜੋ ਉਸ ਦਾ ਪੁਰਾਣਾ ਮਿੱਤਰ ਵੀ ਸੀ, ਮਿਲ ਗਿਆ, ਜੋ ਉੱਥੇ ਬਹੁਤ ਵੱਡੇ ਅਦਾਰੇ ਵਿੱਚ ਕੰਮ ਕਰਦਾ ਸੀ। ਹੋਰ ਚਰਨ ਸਿਆਂ, ਕੀ ਹਾਲ ਨੇ? ਅੱਜ ਇੱਧਰ ਕਿਵੇਂ? ਭਾਬੀ ਨੂੰ ਨਾਲ ਲੈ ਕੇ ਬਾਜ਼ਾਰ ਆ ਗਿਆ? ਕੀ ਕਿਤੇ ਜਾ ਰਿਹਾ? ਇੱਕੋ ਹੀ ਸਾਹ, ਕਿੰਨੇ ਸਵਾਲ ਨਿਰੰਗ ਉਸ ਨੂੰ ਪੁੱਛਣ ਲੱਗ ਗਿਆ। ਪੈਰ ਜਿਹੇ ਮਲਦਾ ਚਰਨ, ਬਸ ਉਹੀ ਕੁਛ ਨਹੀਂ, ਬਸ ਉਹੀ ਕੁਛ ਨਹੀਂ, ਪਰ ਮਨ 'ਚ ਸੋਚਦਾ, ਦੱਸਾਂ ਕਿ ਨਾ? ਅਜੇ ਇਸੇ ਜੱਦੋ ਜਹਿਦ ਵਿੱਚ ਹੀ ਸੀ ਕਿ ਨਿਰੰਗ ਬੋਲਿਆ, ਲੱਗਦਾ ਤੂੰ ਬਹੁਤਾ ਹੀ ਪਰੇਸ਼ਾਨ ਆ। ਚੱਲ ਇਉਂ ਕਰ, ਮੇਰੇ ਨਾਲ ਘਰ ਚੱਲ, ਉੱਥੇ ਆਰਾਮ ਨਾਲ ਬੈਠ ਕੇ ਗੱਲ ਕਰਦੇ ਆਂ। ਅੰਨਾ ਕੀ ਭਾਲੇ 2 ਅੱਖਾਂ ਦੀ ਕਹਾਵਤ ਵਾਂਗ ਚਰਨ ਨੂੰ ਨਿਰੰਗ ਇਸ ਮੁਸ਼ਕਲ ਦੌਰ 'ਚ ਰੱਬ ਪ੍ਰਤੀਤ ਹੋ ਗਿਆ। ਤਿੰਨੋਂ ਜਾਣੇ ਨਿਰੰਗ ਨਾਲ ਉਸਦੇ ਘਰ ਚਲੇ ਜਾਂਦੇ ਹਨ। ਸੁਰਿੰਦਰ ਕੌਰ ਛੋਟੀ ਹੋਣ ਕਰਕੇ ਸਮਝ ਨਹੀਂ ਪਾ ਰਹੀ ਸੀ ਕਿ ਉਹ ਕਿੱਥੇ ਆ ਰਹੇ ਨੇ। ਉਸ ਨੂੰ ਤਾਂ ਚਾਹ ਜਿਹਾ ਹੁੰਦਾ ਸੀ ਕਿ ਅਸੀਂ ਕਿਤੇ ਬਾਹਰ ਆਏ ਹਾਂ। ਉਹ ਨਿਰੰਗ ਦੀਆਂ ਕੁੜੀਆਂ ਨਾਲ ਖੇਡਣ ਲੱਗ ਜਾਂਦੀ। ਨਿਰੰਗ ਦੀ ਘਰਵਾਲੀ ਵੀ ਸਾਊ ਸੁਭਾਅ ਦੀ ਮਾਲਕ ਸੀ। ਉਹਨਾਂ ਨੂੰ ਚਾਹ ਪਾਣੀ ਦੇ ਕੇ ਪਿੰਡ ਦੀ ਸੁੱਖ ਸਾਂਦ ਪੁੱਛਦੀ। ਨਿਰੰਗ ਚਰਨ ਦੀ ਮੁਸ਼ਕਲ ਜਾਣਨ ਲਈ ਗੱਲ ਸ਼ੁਰੂ ਕਰਦਾ। ਚਰਨੇ, ਤੂੰ ਯਾਰ ਕੁਝ ਨਾ ਲੁਕੋ, ਮੈਨੂੰ ਤੇਰੇ ਹਾਲਾਤ ਠੀਕ ਨਹੀਂ ਲੱਗਦੇ। ਚਰਨੇ ਦੇ ਤਾਂ ਜਿਵੇਂ ਉਸਨੇ ਦੁੱਗਣੀ ਦੁਖਦੀ ਰਗ ਉੱਤੇ ਹੱਥ ਰੱਖ ਦਿੱਤਾ ਹੋਵੇ। ਚਰਨ ਹੁਬਕੀ ਹੁਬਕੀ ਰੋਣ ਲੱਗ ਜਾਂਦਾ ਹੈ। ਕੀ ਦੱਸਾਂ ਭਰਾਵਾ, ਗਰੀਬੀ ਨੇ ਮਾਰ ਲਿਆ। ਜੋ ਕੁਝ ਸੀ ਸਭ ਗਿਆ। ਹੁਣ ਸਾਡੇ ਕੋਲ ਆਹ ਤੇੜ ਪਾਏ ਕੱਪੜੇ ਹੀ ਹਨ, ਨਾ ਰਹਿਣ ਲਈ ਕੋਈ ਟਿਕਾਣਾ ਤੇ ਨਾ ਹੀ ਮੇਰੇ ਕੋਲ ਕੋਈ ਕੰਮ ਆ। ਕੀ ਕਰਾਂ ਮੈਂ, ਸਮਝ ਨਹੀਂ ਆਉਂਦੀ। ਇਹ ਤਾਂ ਰੱਬ ਦਾ ਸ਼ੁਕਰ ਮੈਨੂੰ ਤੂੰ ਮਿਲ ਗਿਆ, ਪਤਾ ਨਹੀਂ ਹੁਣ ਨੂੰ ਮੈਂ ਕਿੱਥੇ ਰੁਲਦਾ ਹੁੰਦਾ। ਕਹਿ ਪਰਨੇ ਨਾਲ ਅੱਖਾਂ ਪੂੰਝਣ ਲੱਗਦਾ ਹੈ। ਨਿਰੰਗ ਉਸ ਨੂੰ ਹੌਸਲਾ ਦਿੰਦਾ ਹੈ ਤੇ ਰੱਬ ਤੇ ਭਰੋਸਾ ਰੱਖਣ ਲਈ ਕਹਿੰਦਾ। ਨਾਲ ਹੀ ਕਹਿੰਦਾ ਕਿ ਕੰਮ ਦਾ ਬੰਦੋਬਸਤ ਮੈਂ ਤੇਰਾ ਸਮਝ ਲਾ ਕਰ ਲਿਆ। ਰਹੀ ਗੱਲ ਰਹਿਣ ਦੀ, ਉਹ ਵੀ ਉਸ ਪਰਮਾਤਮਾ ਦੀ ਕਿਰਪਾ ਨਾਲ ਹੋ ਜਾਊ। ਇੰਨੇ ਨੂੰ ਨਿਰੰਗ ਦੀ ਘਰਵਾਲੀ ਸਾਰਿਆਂ ਲਈ ਰੋਟੀ ਲੈ ਆਉਂਦੀ ਹੈ। ਚਰਨ ਤੇ ਨਿਰੰਗ ਵਿਹੜੇ ਵਿੱਚ ਮੰਜੇ ਡਾਹ ਕੇ ਪੈ ਜਾਂਦੇ ਹਨ ਤੇ ਮਨਜੀਤ ਤੇ ਸ਼ਰਿੰਦਰ ਨਿਰੰਗ ਦੀ ਘਰਵਾਲੀ ਤੇ ਕੁੜੀਆਂ ਨਾਲ ਛੱਤ ਤੇ ਭੁੰਜੇ ਪੈ ਜਾਂਦੀਆਂ। ਚਰਨ ਸਿਰ ਤੇ ਬਾਂਹ ਰੱਖੀ ਅਗਲੀ ਦਿਨ ਚੜ੍ਹਨ ਬਾਰੇ ਸੋਚ ਰਿਹਾ ਹੁੰਦਾ, ਕਿਉਂਕਿ ਨਿਰੰਗ ਦੀਆਂ ਗੱਲਾਂ ਨਾਲ ਉਸ ਨੂੰ ਕੁਝ ਹੌਸਲਾ ਹੋ ਗਿਆ ਸੀ।
ਇੱਧਰ ਨਿਰੰਗ ਚਰਨ ਨੂੰ ਕੰਮ ਤੇ ਲਾਉਣ ਬਾਰੇ ਸੋਚਦਾ ਸੋਚਦਾ ਸੌਂ ਜਾਂਦਾ। ਉੱਧਰ ਚਰਨ ਦੀ ਘਰਵਾਲੀ ਮਨਜੀਤ ਭਵਿੱਖ ਦੀ ਚਿੰਤਾ 'ਚ ਡੁੱਬੀ ਗਹਿਰੀਆਂ ਸੋਚਾਂ ਵਿੱਚ ਪਈ ਨੀਂਦ ਦੀ ਅਗੋਸ਼ 'ਚ ਚਲੀ ਜਾਂਦੀ ਆ। ਹੁਣ ਦੇਖਣਾ ਇਹ ਹੋਵੇਗਾ ਕਿ ਚਰਨ ਚੜ੍ਹਨ ਵਾਲਾ ਅਗਲਾ ਦਿਨ ਦੋਨੋਂ ਲਈ ਕੀ ਲੈ ਕੇ ਆਉਂਦਾ। ਕਿਵੇਂ ਦੋਨੋਂ ਜੀ ਆਪਣੇ ਨਸੀਬ ਨਾਲ ਲੜਦੇ ਜ਼ਿੰਦਗੀ ਰੂਪੀ ਪਹੀਆ ਅੱਗੇ ਤੋਰਦੇ ਹਨ। ਅਗਲੇ ਦਿਨ ਸਵੇਰੇ ਸਵਖਤੇ ਉੱਠ ਨਿਰੰਗ ਆਪਣੀ ਘਰਵਾਲੀ ਨੂੰ ਚਾਹ ਬਣਾਉਣ ਲਈ ਆਵਾਜ਼ ਦਿੰਦਾ। ਉਸ ਦੀ ਆਵਾਜ਼ ਨਾਲ ਚਰਨ ਦੀ ਅੱਖ ਖੁੱਲ੍ਹ ਜਾਂਦੀ ਆ। ਉਹ ਵੀ ਉੱਠ ਜਾਂਦਾ। ਇੰਨੇ ਨੂੰ ਨਿਰੰਗ ਦੋਹਾਂ ਦੇ ਚਾਹ ਵਾਲੇ ਗਲਾਸ ਹੱਥ 'ਚ ਫੜੀ ਬਰਾਬਰ ਮੰਜੇ 'ਤੇ ਆਣ ਬੈਠਦਾ ਤੇ ਕਹਿੰਦਾ, ਦੇਖ ਚਰਨ ਸਿਆਂ, ਆਪਾਂ 9 ਵਜੇ ਨੂੰ ਚੱਲਦੇ ਆਂ। ਜਿੱਥੇ ਮੈਂ ਕੰਮ ਕਰਦਾ 9:30 ਸਾਹਿਬ ਆ ਜਾਂਦਾ। ਤੈਨੂੰ ਪਤਾ ਹੁਣ ਜਿਹੜੇ ਸਾਹਿਬ ਨਵੇਂ ਆਏ ਨੇ ਬਹੁਤ ਹੀ ਦਰਿਆਦਲੀ ਬੰਦੇ ਨੇ। ਚਰਨ ਸਿੰਘ ਚਾਹ ਦੀ ਚੁਸਕੀ ਭਰਦਾ ਬੜੀ ਉਤਸੁਕਤਾ ਨਾਲ ਨਿਰੰਗ ਦੇ ਮੂੰਹ ਵੱਲ ਦੇਖਦਾ ਹੈ। ਨਿਰੰਗ ਅੱਗੇ ਗੱਲ ਤੋਰਦਾ ਹੋਇਆ ਦੱਸਦਾ ਕਿ ਉਹਨਾਂ ਦਾ ਨਾਮ ਹੈ ਜਸਵਿੰਦਰ ਸਿੰਘ ਬਰਾੜ। ਪਿਆਰ ਨਾਲ ਸਾਰੇ ਉਸ ਨੂੰ ਬਰਾੜ ਸਾਹਿਬ ਕਹਿੰਦੇ ਆ। ਉਹ ਬਹੁਤ ਹੀ ਰੱਜੇ ਪੁੱਜੇ ਪਰਿਵਾਰ ਵਿੱਚੋਂ ਆ। ਗਰੀਬਾਂ ਦੇ ਤਾਂ ਮਸੀਹੇ ਹਨ। ਤਾਂ ਮੈਂ ਤੈਨੂੰ ਕਿਹਾ ਸੀ ਕਿ ਸਾਹਿਬ ਹੁਣਾਂ ਨੇ ਤੇਰੀ ਮਦਦ ਜ਼ਰੂਰ ਕਰ ਦੇਣੀ ਆ। ਚਰਨ ਸਿੰਘ ਮਨ ਹੀ ਮਨ ਉਸ ਸਾਹਿਬ ਦੀ ਤਸਵੀਰ ਚਿੱਤਰਦਾ ਹੋਇਆ ਚਾਹ ਪੀਣ ਦਾ ਗਲਾਸ ਦੋਨੋਂ ਹੱਥਾਂ ਵਿੱਚ ਫੜ ਉੱਪਰ ਰੱਬ ਵੱਲ ਝਾਤੀ ਮਾਰਦਾ, ਜਿਵੇਂ ਹੁਣੇ ਉਸ ਨੂੰ ਰੱਬ ਦੇ ਦਰਸ਼ਨ ਹੋਏ ਹੋਣ ਤੇ ਰੱਬ ਆਪਣੀ ਕਰਾਮਾਤ ਦਿਖਾ ਉਸ ਉੱਤੇ ਰਹਿਮਤ ਹੋਣ ਦੀ ਬਰਸਾਤ ਕਰ ਰਿਹਾ ਹੋਵੇ। ਐਨੇ ਨੂੰ ਸੁਰਿੰਦਰ ਦੀ ਤੋਤਲੀ ਆਵਾਜ਼ ਉਸ ਦੇ ਖਿਆਲਾਂ ਦੀ ਲੜੀ ਤੋੜ ਦਿੰਦੀ ਆ, ਜੋ ਸੁੱਤੀ ਉੱਠਦੀ ਪਾਪਾ ਪਾਪਾ ਕਹਿੰਦੀ ਉਸ ਦੀ ਗੋਦੀ ਵਿੱਚ ਆਣ ਬੈਠਦੀ ਆ। ਚਰਨ ਉਸ ਨਾਲ ਲਾਡ ਕਰਦਾ ਹੈ ਤੇ ਆਪਣੀ ਪਿਆਰੀ ਧੀ ਅੱਜ ਉਸ ਨੂੰ ਹੋਰ ਵਧੇਰੇ ਸੋਹਣੀ ਲੱਗਦੀ ਆ, ਕਿਉਂਕਿ ਉਸ ਦਾ ਮਨ ਕਿਸੇ ਆਸ ਨਾਲ ਭਰ ਚੁੱਕਾ ਹੁੰਦਾ। ਇੰਨੇ ਨੂੰ ਨਿਰੰਗ ਆਵਾਜ਼ ਮਾਰਦਾ ਹੈ, ਚੱਲ ਚਰਨ ਸਿਆਂ, ਨਹਾ ਲੈ ਜੇ ਨਹਾਉਣਾ, ਨਹੀਂ ਛਕ ਪ੍ਰਸ਼ਾਦਾ ਤੇ ਚੱਲ ਗਏ। ਵਾਹਿਗੁਰੂ ਦਾ ਨਾਮ ਲੈ ਕੇ ਦੋਨੋਂ ਰੁੱਖੀ ਮਿੱਸੀ ਖਾ ਦੁਪਹਿਰ ਦੀਆਂ ਰੋਟੀਆਂ ਨਾਲ ਲੈ ਸਾਈਕਲ 'ਤੇ ਸਵਾਰ ਹੋ ਕੇ ਕੰਮ ਵੱਲ ਜਗ੍ਹਾ ਵੱਲ ਨੂੰ ਚੱਲ ਪੈਂਦੇ ਹਨ। ਜਦੋਂ ਚਰਨ ਨਿਰੰਗ ਨਾਲ ਉਸ ਅਦਾਰੇ ਦੇ ਗੇਟ 'ਤੇ ਪਹੁੰਚਦਾ ਹੈ ਤਾਂ ਉਸ ਦੀਆਂ ਅੱਖਾਂ ਅੱਡੀਆਂ ਰਹਿ ਜਾਂਦੀਆਂ, ਕਿਉਂਕਿ ਉਹ ਬਹੁਤ ਵੱਡਾ ਯੂਨੀਵਰਸਿਟੀ ਦਾ ਕੈਂਪਸ ਹੁੰਦਾ ਹੈ, ਜਿਸ ਦੇ ਵੱਡੇ ਤੇ ਖੁੱਲ੍ਹੇ ਮੈਦਾਨ, ਵੱਡੀਆਂ ਇਮਾਰਤਾਂ ਹੁੰਦੀਆਂ। ਇੱਕ ਵਾਰ ਤਾਂ ਉਸ ਨੂੰ ਹੀਨ ਭਾਵਨਾ ਮਹਿਸੂਸ ਹੋਣ ਲੱਗਦੀ ਆ ਕਿ ਮੈਂ ਕਿੱਥੇ ਇਹ ਯੂਨੀਵਰਸਿਟੀ। ਪਰ ਦੂਜੇ ਪਾਸੇ ਉਸ ਦੇ ਮਨ ਵਿੱਚ ਨਿਰੰਗ ਵੱਲੋਂ ਦਿੱਤਾ ਹੌਸਲਾ ਤੇ ਉਸ ਨੇਕ ਦਿਲ ਅਫਸਰ ਦਾ ਖਿਆਲ ਆਸ ਦੀ ਕਿਰਨ ਜਗਾ ਦਿੰਦਾ। ਦੋਨੋਂ ਜਾਣੇ ਬਰਾੜ ਸਾਹਿਬ ਦੇ ਦਫ਼ਤਰ ਸਾਹਮਣੇ ਉਹਨਾਂ ਦੇ ਆਉਣ ਦਾ ਇੰਤਜ਼ਾਰ ਕਰਨ ਲੱਗਦੇ ਆ। ਚਰਨ ਦਾ ਦਿਲ ਤੇਜ਼ ਧੜਕ ਰਿਹਾ ਹੁੰਦਾ। ਜਦ ਨੂੰ ਬਰਾੜ ਸਾਹਿਬ ਆਪਣੀ ਕਾਰ ਪਾਰਕ ਕਰਕੇ ਦਫ਼ਤਰ ਵੱਲ ਨੂੰ ਆਉਂਦੇ ਨਜ਼ਰੀ ਆਉਂਦੇ ਆ ਤਾਂ ਚਰਨ ਸਿੰਘ ਇੱਕ ਟੱਕ ਉਹਨਾਂ ਵੱਲ ਦੇਖਣ ਲੱਗਦਾ। ਉੱਚਾ ਲੰਬਾ ਕੱਦ, ਵਧੀਆ ਕੱਪੜੇ, ਟਾਈ ਕਾਲਰ ਦੀ ਪੱਗ, ਰੋਹਬਦਾਰ ਪਰਸਨੈਲਿਟੀ ਦੇ ਮਾਲਕ ਬਰਾੜ ਸਾਹਿਬ ਜਦੋਂ ਨਿਰੰਗ ਨੂੰ ਦੇਖਦੇ ਆ ਤਾਂ ਆਪਣੇ ਦਫ਼ਤਰ ਦੇ ਅੰਦਰ ਜਾਣ ਦੀ ਬਜਾਏ ਸਿੱਧਾ ਉਸ ਕੋਲ ਆ ਕੇ ਉਸ ਦੇ ਮੋਢੇ 'ਤੇ ਹੱਥ ਰੱਖ ਕੇ ਪੁੱਛਦੇ ਆ, ਹੋਰ ਨਿਰੰਗ ਜੀ ਕਿਵੇਂ ਹੋ, ਘਰ ਪਰਿਵਾਰ ਸਭ ਠੀਕ ਆ? ਨਿਰੰਗ ਇਸ ਤੋਂ ਪਹਿਲਾਂ ਕੁਝ ਕਹਿੰਦਾ ਤਾਂ ਉਹ ਦੋਨੋਂ ਨੂੰ ਦਫ਼ਤਰ ਵਿੱਚ ਬੁਲਾ ਲੈਂਦੇ ਹਨ। ਬੜੇ ਸਤਿਕਾਰ ਨਾਲ ਕੁਰਸੀਆਂ 'ਤੇ ਬੈਠਣ ਲਈ ਕਹਿੰਦੇ ਹਨ। ਨਿਰੰਗ ਤੇ ਚਰਨ ਦੋਨੋਂ ਝਿਜਕਦੇ ਹੋਏ ਕੁਰਸੀਆਂ 'ਤੇ ਬੈਠ ਜਾਂਦੇ ਆ। ਬਰਾੜ ਸਾਹਿਬ ਆਪ ਹੀ ਚਰਨ ਬਾਰੇ ਪੁੱਛ ਲੈਂਦਾ ਕਿ ਸਾਹਿਬ ਕੌਣ ਹਨ, ਤਾਂ ਨਿਰੰਗ ਦੱਸਦਾ ਹੈ, ਜੀ ਇਹ ਮੇਰੇ ਪਿੰਡੋਂ ਮੇਰਾ ਦੋਸਤ ਆ। ਬਰਾੜ ਸਾਹਿਬ ਕਹਿੰਦੇ ਹਨ, ਅੱਛਾ ਜੀ। ਤਾਂ ਨਿਰੰਗ ਅੱਗੋਂ ਕਹਿੰਦਾ ਕਿ ਇਸ ਵਿਚਾਰੇ 'ਤੇ ਗਰੀਬੀ ਦੀ ਮਾਰ ਪੈ ਗਈ ਆ। ਜੇਕਰ ਇਸ ਨੂੰ ਕੋਈ ਕੰਮ, ਕਿਉਂਕਿ ਕੋਈ ਰਹਿਣ ਦੀ ਜਗ੍ਹਾ ਵੀ ਨਹੀਂ ਹੈ, ਤੇ ਅਜੇ ਨਿਰੰਗ ਆਪਣੀ ਪੂਰੀ ਗੱਲ ਕਰਦਾ ਹੀ ਨਹੀਂ ਕਿ ਬਰਾੜ ਸਾਹਿਬ ਫੌਰਨ ਬਾਹਰੋਂ ਮੁੰਡੇ ਨੂੰ ਆਵਾਜ਼ ਮਾਰਦੇ ਆ ਤੇ ਪੁੱਛਦੇ ਹਨ ਕਿ ਜੋ ਮੁੰਡਾ ਕੁਝ ਦਿਨ ਪਹਿਲਾਂ ਕੰਮ 'ਤੇ ਰੱਖਿਆ ਸੀ ਉਹ ਵਾਪਸ ਆਇਆ ਕਿ ਨਹੀਂ। ਤਾਂ ਮੁੰਡਾ ਦੱਸਦਾ ਹੈ, ਨਹੀਂ ਜੀ ਉਹ ਨਹੀਂ ਆਇਆ। ਤਾਂ ਬਰਾੜ ਸਾਹਿਬ ਕਹਿੰਦੇ ਹਨ, ਲਓ ਜੀ ਕੰਮ 'ਤੇ ਤੁਹਾਨੂੰ ਅੱਜ ਹੀ ਲਗਾ ਦਿੰਦੇ ਆ, ਹੋਰ ਕੋਈ ਸੇਵਾ ਦੱਸੋ ਮੇਰੇ ਲਈ। ਤਾਂ ਦੋਨੋਂ ਹੱਥ ਜੋੜ ਦਿੰਦੇ ਹਨ। ਬਰਾੜ ਸਾਹਿਬ ਉਸ ਮੁੰਡੇ ਨੂੰ ਕੰਮ ਸਮਝਾਉਣ ਬਾਰੇ ਕਹਿ ਦਿੰਦੇ ਹਨ ਤੇ ਚਰਨ ਸਿੰਘ ਨੂੰ ਕਹਿ ਦਿੰਦੇ ਹਨ, ਸ਼ਾਮ ਨੂੰ ਜਾਂਦਾ ਹੋਇਆ ਮੈਨੂੰ ਇੱਕ ਵਾਰ ਮਿਲ ਕੇ ਜਾਵੀਂ। ਇਸ ਵਾਰ ਚਰਨ ਦਾ ਯੂਨੀਵਰਸਿਟੀ ਵਿੱਚ ਕੰਮ ਦਾ ਪਹਿਲਾ ਦਿਨ ਸ਼ੁਰੂ ਹੋ ਜਾਂਦਾ। ਨਿਰੰਗ ਆਪਣੇ ਕੰਮ ਲੱਗ ਜਾਂਦਾ ਜੋ ਨਾਲ ਦੇ ਡਿਪਾਰਟਮੈਂਟ ਵਿੱਚ ਹੁੰਦਾ ਏ। ਸ਼ਾਮ ਚਰਨ ਤੇ ਨਿਰੰਗ ਫਿਰ ਬਰਾੜ ਸਾਹਿਬ ਦੇ ਕਹੇ ਅਨੁਸਾਰ ਉਹਨਾਂ ਦੇ ਦਫ਼ਤਰ ਚਲੇ ਜਾਂਦੇ ਹਨ। ਤਾਂ ਬਰਾੜ ਸਾਹਿਬ ਦੱਸਦੇ ਹਨ ਕਿ ਮੈਂ ਵਿਭਾਗ ਨੂੰ ਚਿੱਠੀ ਲਿਖ ਦਿੱਤੀ ਆ ਕਿ ਇਸ ਬੰਦੇ ਦੀ ਡਿਊਟੀ ਦੀ ਰਾਤ ਨੂੰ ਵੀ ਲੋੜ ਆ, ਜੋ ਤੁਹਾਡੀ ਹੁਣ ਰਹਿਣ ਦੀ ਟੈਨਸ਼ਨ ਵੀ ਖਤਮ। ਕੱਲ੍ਹ ਨੂੰ ਆਪਣਾ ਸਮਾਨ ਲੈ ਆਉਣਾ ਤੇ ਆਪਣੀ ਜੇਬ ਵਿੱਚੋਂ ਕੁਝ ਪੈਸੇ ਕੱਢ ਕੇ ਦੇ ਦਿੰਦੇ ਹਨ
ਤੇ ਕਹਿੰਦੇ ਹਨ ਕਿ ਇਸ ਨਾਲ ਆਪਣਾ ਸਾਰਾ ਕੁਝ ਰਾਸ਼ਨ ਜ਼ਰੂਰੀ ਸਮਾਨ ਲੈ ਆਵੀਂ। ਚਰਨ ਸਿੰਘ ਉਹਨਾਂ ਦੇ ਪੈਰੀਂ ਹੱਥ ਲਗਾਉਣ ਲੱਗਦਾ ਤਾਂ ਉਹ ਉਸ ਨੂੰ ਜੱਫੀ ਵਿੱਚ ਘੁੱਟ ਲੈਂਦੇ ਹਨ। ਚਰਨ ਦੀਆਂ ਅੱਖਾਂ 'ਚੋਂ ਅੱਜ ਪਹਿਲੀ ਵਾਰ ਸ਼ਾਇਦ ਖੁਸ਼ੀ ਦੇ ਹੰਝੂ ਜਾਂ ਕਿਸੇ ਵੱਲੋਂ ਮਿਲੇ ਮਣਾ ਮੂੰਹ ਸਤਿਕਾਰ ਦਾ ਵਰਣਨ ਸੀ, ਜਾਂ ਫਿਰ ਬਰਾੜ ਸਾਹਿਬ ਉਹਨਾਂ ਨੂੰ ਦੇਵਤਾ ਦਾ ਰੂਪ ਲੱਗੇ ਜਿਨ੍ਹਾਂ ਦਾ ਉਪਕਾਰ ਸ਼ਾਇਦ ਉਹ ਆਪਣੇ ਹੰਝੂਆਂ ਨਾਲ ਚੁਕਾ ਰਿਹਾ ਸੀ। ਤਾਂ ਬਰਾੜ ਸਾਹਿਬ ਚਰਨ ਦਾ ਮੋਢਾ ਥਪਥਪਾਉਂਦੇ ਹੋਏ ਹੌਸਲਾ ਰੱਖਣ ਲਈ ਕਹਿੰਦੇ ਹਨ। ਦੋਨੋਂ ਹੱਥ ਜੋੜ ਵਾਪਸ ਘਰ ਆ ਜਾਂਦੇ ਆ। ਸਾਰੇ ਜਾਣੇ ਕੰਮ ਮਿਲਣ ਦੀ ਖੁਸ਼ੀ 'ਚ ਬਹੁਤ ਖੁਸ਼ ਹੁੰਦੇ ਆ। ਅਗਲੇ ਦਿਨ ਚਰਨ ਨਿਰੰਗ ਦਾ ਧੰਨਵਾਦ ਕਰਦਾ ਤੇ ਉਸ ਤੋਂ ਇਜਾਜ਼ਤ ਲੈ ਕੇ ਘਰਵਾਲੀ ਤੇ ਸ਼ਰਿੰਦਰ ਨੂੰ ਨਾਲ ਲੈ ਕੇ ਯੂਨੀਵਰਸਿਟੀ ਚਲਾ ਜਾਂਦਾ। ਸਭ ਤੋਂ ਪਹਿਲਾਂ ਉਹ ਉਹਨਾਂ ਨੂੰ ਬਰਾੜ ਸਾਹਿਬ ਨਾਲ ਮਿਲਾਉਣਾ ਚਾਹੁੰਦਾ ਤਾਂ ਜੋ ਉਹ ਵੀ ਉਸ ਦੇਵਤਾ ਦੇ ਦਰਸ਼ਨ ਕਰ ਸਕਣ ਜਿਸ ਨੂੰ ਸਾਰੀ ਯੂਨੀਵਰਸਿਟੀ ਦੇ ਮੁਲਾਜ਼ਮ ਆਪਣਾ ਦੇਵਤਾ ਜਾਂ ਰੱਬ ਮੰਨਦੇ ਹਨ। ਯੂਨੀਵਰਸਿਟੀ ਦੇ ਮੁਲਾਜ਼ਮਾਂ 'ਚ ਇੱਕ ਗੱਲ ਆਮ ਸੁਣਨ ਨੂੰ ਮਿਲਦੀ ਹੈ ਕਿ ਜਿਸ ਕਿਸੇ ਨੂੰ ਬਰਾੜ ਸਾਹਿਬ ਸਵੇਰੇ ਸਵੇਰੇ ਮਿਲ ਜਾਣ ਉਹ ਆਪਣੇ ਆਪ ਨੂੰ ਭਾਗਾਂ ਵਾਲਾ ਮਹਿਸੂਸ ਕਰਦਾ। ਸ਼ਾਇਦ ਇਹ ਸਾਰਿਆਂ ਦਾ ਉਹਨਾਂ ਪ੍ਰਤੀ ਪਿਆਰ ਅਤੇ ਸਤਿਕਾਰ ਸੀ ਕਿਉਂਕਿ ਉਹ ਵੀ ਕਿਸੇ ਨਾਲ ਕੋਈ ਵਿਤਕਰਾ ਨਹੀਂ ਸੀ ਕਰਦੇ ਤੇ ਯੂਨੀਵਰਸਿਟੀ ਦੇ ਸਾਰੇ ਮੁਲਾਜ਼ਮਾਂ ਨੂੰ ਆਪਣਾ ਪਰਿਵਾਰ ਮੰਨਦੇ ਸੀ। ਉਹ ਉਹਨਾਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੁੰਦੇ ਤੇ ਆਪਣੇ ਮੁਲਾਜ਼ਮਾਂ ਦੇ ਹੱਕਾਂ ਲਈ ਵੱਡੇ ਵੱਡੇ ਦਫ਼ਤਰਾਂ ਅਫਸਰਾਂ ਤੇ ਸਰਕਾਰਾਂ ਨਾਲ ਲੜਦੇ। ਜਿੰਨੀ ਦੇਰ ਉਹਨਾਂ ਦੇ ਇੰਪਲੋਇਜ਼ ਨੂੰ ਭੱਤੇ ਜਾਂ ਤਨਖਾਹ ਨਾ ਮਿਲਦੀ ਉਹ ਖੁਦ ਹੀ ਸਰਕਾਰੀ ਸੁਵਿਧਾ ਨਾ ਲੈਂਦੇ। ਇਹਨਾਂ ਮੁਲਾਜ਼ਮਾਂ ਦੇ ਹੱਕ ਦਿਵਾਉਣ ਕਰਕੇ ਉਹਨਾਂ ਨੇ ਆਪਣੀ ਤਰੱਕੀ ਦੇ ਲਈ ਕਈ ਮੌਕੇ ਹੱਥੋਂ ਜਾਣ ਦਿੱਤੇ। ਬਸ ਆਪਣੀ ਜ਼ਮੀਰ ਨੂੰ ਜਾਗਦੇ ਰੱਖਿਆ ਤੇ ਕਿਸੇ ਨਾਲ ਧੱਕਾ ਨਾ ਹੋਣ ਦਿੱਤਾ। ਇਹੋ ਜਿਹੇ ਅਫਸਰ ਫਿਰ ਉਹਨਾਂ ਦੇ ਮੁਲਾਜ਼ਮਾਂ ਲਈ ਰੱਬ ਤੋਂ ਘੱਟ ਥੋੜ੍ਹੀ ਹੁੰਦਾ। ਇਹੀ ਸਭ ਪਹਿਲੀ ਮਿਲਣੀ 'ਚ ਚਰਨ ਵੀ ਮਹਿਸੂਸ ਕਰ ਗਿਆ ਸੀ ਜਦੋਂ ਬਰਾੜ ਸਾਹਿਬ ਨੇ ਉਸ ਨੂੰ ਆਪਣੀ ਜੇਬ ਵਿੱਚੋਂ ਪੈਸੇ ਦਿੱਤੇ ਸਨ ਕਿਉਂਕਿ ਅਫਸਰ ਤਾਂ ਲੋਕਾਂ ਦੀਆਂ ਜੇਬਾਂ 'ਚੋਂ ਪੈਸੇ ਕਢਵਾਉਣ ਲਈ ਜਾਣੇ ਜਾਂਦੇ ਆ। ਇਹੋ ਜਿਹਾ ਅਫਸਰ ਉਸਨੇ ਪਹਿਲੀ ਵਾਰ ਦੇਖਿਆ ਸੀ। ਯੂਨੀਵਰਸਿਟੀ ਦੇ ਗੇਟ 'ਤੇ ਪਹੁੰਚਣ 'ਤੇ ਚਰਨ ਦੀਆਂ ਸੋਚਾਂ ਦੀ ਲੜੀ ਟੁੱਟ ਜਾਂਦੀ ਆ ਤੇ ਉਹ ਸਿੱਧਾ ਬਰਾੜ ਸਾਹਿਬ ਦੇ ਦਫ਼ਤਰ ਵੱਲ ਚਲਾ ਜਾਂਦਾ, ਦੋਨੋਂ ਹੱਥ ਜੋੜ ਸਤਿ ਸ਼੍ਰੀ ਅਕਾਲ ਬੁਲਾਉਂਦਾ। ਜਦੋਂ ਚਰਨ ਮਨਜੀਤ ਅਤੇ ਸੁਰਿੰਦਰ ਨੂੰ ਬਰਾੜ ਸਾਹਿਬ ਨਾਲ ਮਿਲਾਉਂਦੇ ਹਨ ਤਾਂ ਬਰਾੜ ਸਾਹਿਬ ਸੁਰਿੰਦਰ ਨੂੰ ਆਪਣੀ ਧੀ ਵਾਂਗ ਬਹੁਤ ਸਾਰਾ ਪਿਆਰ ਦਿੰਦਾ ਤੇ ਸਿਰ ਪਲੋਸਦੇ ਹਨ। ਸੁਰਿੰਦਰ ਨੂੰ ਯੂਨੀਵਰਸਿਟੀ ਦੇ ਸਕੂਲ ਵਿੱਚ ਦਾਖਲ ਕਰਵਾਉਣ ਲਈ ਕਹਿੰਦੇ ਆ ਤੇ ਚਰਨ ਕਹੇ ਅਨੁਸਾਰ ਸੁਰਿੰਦਰ ਦਾ ਦਾਖਲਾ ਕਰਵਾ ਦਿੰਦਾ ਤੇ ਸੁਰਿੰਦਰ ਬਾਕੀ ਬੱਚਿਆਂ ਵਾਂਗ ਸਕੂਲ ਜਾਣ ਲੱਗਦੀ ਆ। ਇਸ ਤਰ੍ਹਾਂ ਕਦੇ ਚਰਨ ਸਿੰਘ ਦੀ ਜ਼ਿੰਦਗੀ ਦੀ ਗੱਡੀ ਰੁੜਨ ਲੱਗਦੀ ਆ। ਸਮਾਂ ਆਪਣੀ ਚਾਲ ਚੱਲਣ ਲੱਗਦਾ ਤੇ ਨਸੀਬ ਆਪਣਾ ਕਾਲਾ ਜਾਦੂ ਦਿਖਾਉਂਦਾ। ਦੋਨੋਂ ਇੱਕ ਦੂਜੇ ਦੀ ਨਹੀਂ ਸੁਣਦੇ ਤੇ ਨਾਲ ਹੀ ਨਾ ਹੀ ਹਾਰ ਮੰਨਦੇ ਹਨ। ਸਮਾਂ ਕਹਿੰਦਾ ਹੈ ਕਿ ਮੈਂ ਬਲਵਾਨ ਆ ਪਰ ਨਸੀਬ ਕਹਿੰਦਾ ਹੈ ਕਿ ਮੈਨੂੰ ਅੱਖੋਂ ਪਰੋਖੇ ਕਰਕੇ ਤਾਂ ਦੇਖ। ਸਮਾਂ ਤੂੰ ਤਾਂ ਬਦਲਦਾ ਰਹਿਣਾ ਪਰ ਜੋ ਨਸੀਬ ਲਿਖਿਆ ਹੁੰਦਾ ਉਸ ਨੂੰ ਕੌਣ ਬਦਲ ਸਕਦਾ। ਇਸ ਤਰ੍ਹਾਂ ਦੀ ਕੁਝ ਚਰਨ ਸਿੰਘ ਦੀ ਜ਼ਿੰਦਗੀ ਵਿੱਚ ਵਾਪਰਦਾ ਜਿਸ ਨਾਲ ਸੁਰਿੰਦਰ ਦੀ ਪੂਰੀ ਜ਼ਿੰਦਗੀ ਤਹਿਸ ਨਹਿਸ ਹੋ ਜਾਂਦੀ ਆ। ਇਸ ਵਾਰ ਚਰਨ ਦੀ ਘਰਵਾਲੀ ਉਮੀਦ ਤੋਂ ਸੀ। ਚਰਨ ਬਹੁਤ ਖੁਸ਼ ਸੀ ਕਿ ਚਲੋ ਕੰਮ ਅਤੇ ਪੱਕੇ ਟਿਕਾਣੇ ਵਾਲੀ ਮੁਸ਼ਕਲ ਤਾਂ ਹੱਲ ਹੋ ਗਈ। ਕੀ ਪਤਾ ਰੱਬ ਇਸ ਵਾਰ ਪੁੱਤ ਵੀ ਦੇ ਦੇਵੇ। ਇਹੋ ਜਿਹੀਆਂ ਸੋਚਾਂ ਸੋਚਦਾ ਦਿਨ ਰਾਤ ਕੰਮ ਕਰਦਾ ਨਾ ਥੱਕਦਾ ਪਰ ਰੱਬ ਤਾਂ ਆਪਣਾ ਕੁਝ ਹੋਰ ਹੀ ਤਾਣਾ ਬਾਣਾ ਬੁਣੀ ਬੈਠਾ ਸੀ। ਚਰਨ ਦੀ ਘਰਵਾਲੀ ਇੱਕ ਬੇਟੀ ਨੂੰ ਜਨਮ ਦਿੰਦੀ ਹੈ ਤੇ ਜਨਮ ਦੇਣ ਸਾਰ ਆਪ ਰੱਬ ਨੂੰ ਪਿਆਰੀ ਹੋ ਜਾਂਦੀ ਆ। ਚਰਨ ਤੇ ਜਾਣੀ ਦੁੱਖਾਂ ਦਾ ਪਹਾੜ ਟੁੱਟ ਜਾਂਦਾ। ਸਮੇਂ ਦੀ ਮਾਰ ਝੱਲਦਾ ਚਰਨ ਨਸੀਬ ਹੱਥੋਂ ਲੁੱਟ ਜਾਂਦਾ। ਉਹ ਦਿਨ ਰਾਤ ਰੱਬ ਨੂੰ ਉਲਾਂਭੇ ਦਿੰਦਾ ਜਿਸ ਨੇ 2 ਧੀਆਂ ਤਾਂ ਦੇ ਦਿੱਤੀਆਂ ਪਰ ਪਾਲਣ ਵਾਲੀ ਮਾਂ ਤੇ ਜੀਵਨ ਸਾਥਣ ਸਦਾ ਲਈ ਖੋਹ ਲਈ। ਕਿਸਮਤ ਦੀ ਮਾਰ ਸਹਿੰਦਾ ਹੋਇਆ ਬੇਜਾਨ ਹੋਇਆ ਜਿਵੇਂ ਕਿਸੇ ਨੇ ਨਿਚੋੜ ਕੇ ਰੂਹ ਬਾਹਰ ਕੱਢ ਰਹੀ ਹੋਵੇ। ਕੁੜੀਆਂ ਕਰਕੇ ਉਸੇ ਤਰ੍ਹਾਂ ਸਰੀਰ ਤੋੜਵੀਂ ਮਿਹਨਤ ਕਰਦਾ ਨਾਲ ਨਾਲ ਕੁੜੀਆਂ ਨੂੰ ਪਾਲ ਕੇ ਪੜ੍ਹਾ ਵੀ ਰਿਹਾ ਹੁੰਦਾ। ਬਰਾੜ ਸਾਹਿਬ ਨੇ ਉਸ ਦੇ ਦੁੱਖ ਤੇ ਮਜਬੂਰੀ ਨੂੰ ਸਮਝਦੇ ਹੋਏ ਵਿਭਾਗ ਨੂੰ ਉਸ ਦੀ ਮਿਹਨਤ ਤੇ ਕੰਮ ਦਾ ਵੇਰਵਾ ਦਿੰਦੇ ਹੋਏ ਪੱਕੇ ਕਰਾਉਣ ਦੀ ਸਿਫਾਰਿਸ਼ ਕਰ ਦਿੱਤੀ ਤਾਂ ਜੋ ਧੀਆਂ ਦਾ ਬਾਪ ਰੁਜ਼ਗਾਰ ਪੱਖੋਂ ਮਾਰ ਨਾ ਖਾਵੇ। ਥੋੜ੍ਹੇ ਸਮੇਂ ਬਾਅਦ ਚਰਨ ਸਿੰਘ ਪੱਕਾ ਕਾਮਾ ਬਣ ਗਿਆ। ਹੁਣ ਸੁਰਿੰਦਰ ਥੋੜ੍ਹੀ ਵੱਡੀ ਹੋ ਗਈ ਤੇ ਉਸ ਉੱਤੇ ਘਰ ਦੀ ਜ਼ਿੰਮੇਵਾਰੀ ਆ ਗਈ। ਸੁਰਿੰਦਰ ਰੋਟੀ ਟੁੱਕ ਕਰਦੀ ਨਾਲ ਨਾਲ ਆਪਣੀ ਛੋਟੀ ਭੈਣ ਤਜਿੰਦਰ ਨੂੰ ਵੀ ਸਾਂਭਦੀ। ਸਾਰਾ ਦਿਨ ਘਰ ਦੇ ਕੰਮਾਂ ਵਿੱਚ ਰੁਲਦੀ ਰਹਿੰਦੀ ਪਰ ਆਪਣੀ ਛੋਟੀ ਭੈਣ ਦਾ ਇੱਕ ਮਾਂ ਵਾਂਗ ਧਿਆਨ ਰੱਖਦੀ। ਨਾ ਹੀ ਉਸ ਤੋਂ ਕੋਈ ਕੰਮ ਕਰਵਾਉਂਦੀ ਚਾਹੇ ਆਪ ਕਿੰਨੀ ਔਖੀ ਕਿਉਂ ਨਾ ਹੋ ਜਾਂਦੀ। ਘਰ ਦੇ ਹਾਲਾਤਾਂ ਕਰਕੇ ਉਸ ਦੀਆਂ ਕਈ ਕਲਾਸਾਂ ਤੇ ਸਾਲ ਖਰਾਬ ਹੋ ਗਏ ਸੀ ਕਿਉਂਕਿ ਉਸ ਨੂੰ ਪੜ੍ਹਨ ਦਾ ਸਮਾਂ ਹੀ ਨਹੀਂ ਮਿਲਦਾ ਸੀ ਜਿਸ ਕਰਕੇ ਬਹੁਤੀਆਂ ਜਮਾਤਾਂ ਉਸ ਨੂੰ 2 ਸਾਲਾਂ ਵਿੱਚ ਕਰਨੀਆਂ ਪਈਆਂ। ਜਦ ਤੱਕ ਉਸਨੇ 10ਵੀਂ ਦੀ ਪੜ੍ਹਾਈ ਪੂਰੀ ਕੀਤੀ ਉਸ ਨੂੰ ਉਮਰ 20 ਸਾਲ ਹੋ ਚੁੱਕੀ ਸੀ।
ਘਰ ਦੀਆਂ ਜ਼ਿੰਮੇਵਾਰੀਆਂ ਨੇ ਉਸ ਨੂੰ ਉਮਰ ਨਾਲੋਂ ਵੀ ਵੱਧ ਸਿਆਣੀ ਕਰ ਦਿੱਤਾ ਸੀ। ਘਰ ਦੀ ਮਜਬੂਰੀ ਸਮਝਦਿਆਂ ਹੋਇਆਂ ਤੇ ਆਪਣੀ ਭੈਣ ਨੂੰ ਪੜ੍ਹ ਲਿਖ ਕੇ ਕੁਝ ਬਣਾਉਣ ਕਰਕੇ ਆਪਣੀਆਂ ਖਵਾਇਸ਼ਾਂ ਦਾ ਗਲਾ ਘੁੱਟ ਲਿਆ। ਚਰਨ ਸਿੰਘ ਦੀ ਇੱਛਾ ਦੇ ਬਾਵਜੂਦ ਵੀ ਉਹ ਅੱਗੇ ਨਾ ਪੜ੍ਹ ਸਕੀ, ਜਾਂ ਇੱਦਾਂ ਕਹਿ ਲਓ ਕਿ ਉਸਨੇ ਆਪ ਹੀ ਕੁਰਬਾਨੀ ਦਿੰਦੇ ਹੋਏ ਆਪਣੇ ਪਾਪਾ ਨੂੰ ਪੜ੍ਹਨ ਤੋਂ ਮਨ੍ਹਾ ਕਰ ਦਿੱਤਾ। ਸਮਾਂ ਬੀਤਦਾ ਗਿਆ। ਹੁਣ ਤਜਿੰਦਰ ਨੇ ਵੀ 10ਵੀਂ ਪਾਸ ਕਰ ਲਈ ਸੀ ਤੇ ਚਰਨ ਨੂੰ ਹੁਣ ਦੋਨੋਂ ਜਵਾਨ ਕੁੜੀਆਂ ਦਾ ਫਿਕਰ ਵੱਡ-ਵੱਡ ਖਾਂਦਾ ਕਿ ਦੋਨੋਂ ਆਪਣੀ ਇੱਜ਼ਤ ਲੈ ਸਮੇਂ ਸਿਰ ਆਪਣੇ ਘਰ ਜਾਣ। ਇਸ ਲਈ ਉਸਨੇ ਸੁਰਿੰਦਰ ਲਈ ਰਿਸ਼ਤੇ ਦੇਖਣੇ ਸ਼ੁਰੂ ਕਰ ਦਿੱਤੇ। ਜੇ ਕੋਈ ਵਧੀਆ ਰਿਸ਼ਤਾ ਆਉਂਦਾ ਤਾਂ ਉਹ ਕੁੜੀ ਦੀ ਪੜ੍ਹਾਈ ਦੇਖ ਕੇ ਜਵਾਬ ਦੇ ਜਾਂਦਾ, ਕਿਉਂਕਿ ਹਰ ਕੋਈ ਵੱਧ ਪੜ੍ਹੀ ਲਿਖੀ ਕੁੜੀ ਭਾਲਦਾ ਸੀ। ਤਾਂ ਅਖੀਰ ਅਖਬਾਰ ਰਾਹੀਂ ਮੁੰਡੇ ਹੁਣੀ 2 ਭਰਾ ਹੁੰਦੇ ਹਨ, ਪਰ ਜ਼ਮੀਨ ਘੱਟ ਹੁੰਦੀ ਆ। ਪੜ੍ਹਿਆ ਲਿਖਿਆ ਕਰਕੇ ਇੱਕ ਪਰਿਵਾਰ ਛੋਟਾ ਕਰਕੇ ਸੁਰਿੰਦਰ ਦਾ ਰਿਸ਼ਤਾ ਕਰ ਦਿੱਤਾ ਜਾਂਦਾ। ਪਰ ਕਹਿੰਦੇ ਹੁੰਦੇ ਨੇ ਕਿ ਜਿੱਥੇ ਮਰਜ਼ੀ ਚੱਲੀ ਜਾਓ, ਕਿਸਮਤ ਨਹੀਂ ਬਦਲਦੀ। ਵਿਆਹ ਦੀ ਪਹਿਲੀ ਰਾਤ ਹੀ ਸੁਰਿੰਦਰ ਦਾ ਘਰ ਵਾਲਾ ਸ਼ਰਾਬ ਨਾਲ ਰੱਜ ਕੇ ਆਉਂਦਾ ਤੇ ਸੁਰਿੰਦਰ ਨੂੰ ਗਾਲੀ ਗਲੋਚ ਕਰਦਾ ਹੋਇਆ ਬੇਸੁਰਤ ਹੋ ਕੇ ਡਿੱਗ ਪੈਂਦਾ। ਸੁਰਿੰਦਰ ਨੂੰ ਬੁਰੀ ਤਰ੍ਹਾਂ ਜ਼ਖਮੀ ਸਦਮਾ ਲੱਗਦਾ। ਦੁੱਖਾਂ ਦੀ ਮਾਰੀ ਸੁਰਿੰਦਰ ਉਸਦੇ ਬੂਟ ਖੋਲ ਇੱਕ ਪਾਸੇ ਰੱਖ ਦਿੰਦੀ ਆ ਤੇ ਥੋੜਾ ਕੋਸ਼ਿਸ਼ ਕਰਕੇ ਲੱਤਾਂ ਬੈੱਡ ਤੇ ਸਿੱਧੀਆਂ ਕਰ ਦਿੰਦੀ ਆ ਤੇ ਆਪਣੇ ਨਸੀਬ ਨੂੰ ਕੋਸਦੀ ਹੈ। ਸ਼ਾਇਦ ਇਹੀ ਕੁੜੀਆਂ ਦੀ ਕਿਸਮਤ ਹੈ। ਸਬਰ ਕਰ ਚੁੱਪ ਦਾ ਘੁੱਟ ਭਰ ਲੈਂਦੀ ਹੈ, ਕਿਉਂਕਿ ਜੇ ਦੱਸਦੀ ਤਾਂ ਕਿਹਨੂੰ ਦੱਸਦੀ। ਪਿਓ ਤਾਂ ਪਹਿਲਾਂ ਹੀ ਦੁੱਖਾਂ ਦੀ ਮਾਰ ਝੱਲ ਰਿਹਾ ਸੀ, ਮਾਂ ਜੋ ਸਦਾ ਲਈ ਰੁਸਤਕ ਹੋ ਗਈ ਸੀ। ਭੈਣ ਅਤੇ ਜੇ ਛੋਟੀ ਸੀ, ਕੀ ਕਰਦੀ ਕਿੱਥੇ ਜਾਂਦੀ, ਗੁੰਮ-ਸੁੰਮ ਹੋਈ ਦਿਨ ਕੱਟੀਆਂ ਕਰਦੀ ਸੀ। ਸਮਾਂ ਬੀਤਦਾ ਗਿਆ। ਸੁਰਿੰਦਰ ਦੇ ਵਿਆਹ ਨੂੰ 3 ਮਹੀਨੇ ਬੀਤ ਗਏ। ਲੋਕਾਂ ਦੀਆਂ ਨਜ਼ਰਾਂ ਵਿੱਚ ਵਿਆਹੀ, ਪਰ ਅਸਲੀਅਤ ਪੱਖੋਂ ਤਣ-ਮਣ ਤੋਂ ਕੁਆਰੀ ਹੀ ਹੁੰਦੀ ਹੈ। ਜਦੋਂ ਇਸ ਗੱਲ ਦੀ ਖਬਰ ਉਸਦੀ ਸੱਸ ਨੂੰ ਪਤਾ ਚੱਲਦੀ ਆ ਤਾਂ ਉਹ ਆਪਣੇ ਮੁੰਡੇ ਨੂੰ ਦੋਸ਼ ਦੇਣ ਦੀ ਬਜਾਏ ਸੁਰਿੰਦਰ ਨੂੰ ਬੁਰਾ ਭਲਾ ਕਹਿਣ ਲੱਗਦੀ ਆ। ਪਰ ਸੁਰਿੰਦਰ ਕਹੇ ਵੀ ਤਾਂ ਕੀ ਕਹੇ। ਜਵਾਬ ਵਿੱਚ ਕਹਿੰਦੇ ਹਨ, ਜੇ ਔਰਤ ਘਰ ਦਾ ਦਰਵਾਜ਼ਾ ਪਾਰ ਕਰੇ ਤਾਂ ਉਸ ਨੂੰ ਮਰਿਆਦਾ ਦੀ ਉਲੰਘਣਾ ਕਰਨ ਤੇ ਚਰਿੱਤਰਹੀਣ ਆਖਿਆ ਜਾਂਦਾ, ਤੇ ਜਦੋਂ ਘਰ ਦੀ ਮਰਿਆਦਾ ਉਸਦੇ ਆਪਣੇ ਹੀ ਉਸ ਨਾਲ ਗਲਤ ਕਰਨ ਤਾਂ ਫਿਰ ਵੀ ਉਹ ਇੱਜ਼ਤਦਾਰ ਹੀ ਰਹਿੰਦੇ ਹਨ। ਤੇ ਔਰਤ ਜੋ ਜ਼ੁਲਮ ਸਹਿੰਦੀ ਹੈ ਉਹ ਚਰਿੱਤਰਹੀਣ ਕਿਉਂ? ਉਸਦੇ ਚਰਿੱਤਰ ਦਾ ਸਰਟੀਫਿਕੇਟ ਸਮਾਜ ਦੇ ਲੋਕਾਂ ਨੇ ਜੋ ਦੇਣਾ ਹੁੰਦਾ। ਅਜਿਹਾ ਹੀ ਕੁਝ ਸੁਰਿੰਦਰ ਨਾਲ ਹੁੰਦਾ ਹੈ। ਜਦੋਂ ਇੱਕ ਦਿਨ ਉਸਦੀ ਮਾਂ ਸਰੂਪ ਸੱਸ ਦੀ ਰਜਾਮੰਦੀ ਨਾਲ ਸੁਰਿੰਦਰ ਦਾ ਦਿਓਰ ਉਸ ਨਾਲ ਬਲਾਤਕਾਰ ਕਰਦਾ ਹੈ, ਜਿਸ ਦਾ ਸੁਰਿੰਦਰ ਪਹਿਲਾਂ ਤਾਂ ਵਿਰੋਧ ਕਰਦੀ ਹੈ, ਪਰ ਬਾਅਦ ਵਿੱਚ ਸਭ ਚੁੱਪ ਕਰਕੇ ਸਹਿ ਲੈਂਦੀ ਆ, ਕਿਉਂਕਿ ਉਹ ਦੱਸੇ ਵੀ ਤਾਂ ਕਿਹਨੂੰ। ਤਾਂ 2 ਮਹੀਨਿਆਂ ਬਾਅਦ ਸੁਰਿੰਦਰ ਨੂੰ ਆਪਣੇ ਘਰ ਇੱਕ ਹਲਚਲ ਮਹਿਸੂਸ ਹੁੰਦੀ ਆ। ਤਾਂ ਜਦੋਂ ਇਸ ਸੰਬੰਧੀ ਗੱਲ ਸੱਸ ਨਾਲ ਕਰਦੀ ਆ ਤਾਂ ਸੱਸ ਅੱਗਿਓਂ ਬੁਰਾ ਭਲਾ ਆਖਦੀ ਆ। ਨਾਲ ਹੀ ਇਹਨਾਂ ਨੂੰ ਘਰ ਛੱਡ ਕੇ ਕਿਰਾਏ 'ਤੇ ਰਹਿਣ ਲਈ ਹਦਾਇਤ ਕਰ ਦਿੰਦੀ ਆ, ਕਿਉਂਕਿ ਹੁਣ ਉਸਦੇ ਦਿਓਰ ਦਾ ਵਿਆਹ ਜੋ ਪੱਕਾ ਕਰ ਦਿੱਤਾ ਜਾਂਦਾ, ਕਿਉਂਕਿ ਹੁਣ ਉਹ ਇਸ ਸਮਾਜ ਦਾ ਇੱਜ਼ਤਦਾਰ ਵਿਅਕਤੀ ਬਣਨ ਜਾ ਰਿਹਾ ਸੀ। ਇਸ ਲਈ ਸੁਰਿੰਦਰ ਤੇ ਉਸਦੇ ਪਤੀ ਨੂੰ ਇਹੋ ਜਿਹੀ ਹਾਲਤ ਵਿੱਚੋਂ ਘਰੋਂ ਕੱਢ ਦਿੱਤਾ ਜਾਂਦਾ। ਸੁਰਿੰਦਰ ਦੀ ਹਾਲਤ ਇੱਕ ਪਸ਼ੂ ਵਰਗੀ ਹੋ ਜਾਂਦੀ ਆ, ਜਿਸ ਦੀ ਬਾਂਗਡੋਰ ਇੱਕ ਅਣਜਾਣ ਵਿਅਕਤੀ ਨੂੰ ਫੜਾ ਦਿੱਤੀ ਜਾਂਦੀ ਆ, ਜਿਸ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਸ ਦਾ ਅਸਲੀ ਮਾਲਕ ਕੌਣ ਹੈ, ਨਾ ਹੀ ਉਸ ਨੂੰ ਪਤਾ ਹੁੰਦਾ ਕਿ ਉਸ ਨਾਲ ਅੱਗੇ ਕੀ ਹੋਣ ਵਾਲਾ। ਚਾਹੇ ਪਸ਼ੂ ਨੂੰ ਉਸ ਦਾ ਮਾਲਕ ਅੱਗੇ ਕਸਾਈ ਕੋਲ ਹੀ ਕਿਉਂ ਨਾ ਵੇਚ ਦੇਵੇ। ਇਹੀ ਹਾਲਤ ਸੁਰਿੰਦਰ ਦੀ ਹੁੰਦੀ ਸੀ, ਕਿਉਂਕਿ ਪਹਿਲਾਂ ਉਸ ਨੂੰ ਧੱਕੇ ਨਾਲ ਦਿਓਰ ਦੇ ਹਵਾਲੇ ਕਰ ਦਿੱਤਾ ਜਾਂਦਾ ਤੇ ਹੁਣ ਜ਼ਬਰਦਸਤੀ ਅਚਾਨਕ ਸ਼ਰਾਬੀ ਦੀ ਪਤਨੀ ਬਣਾ ਕੇ ਸਾਰੇ ਮਾਲਕੀਅਤ ਹੱਕ ਉਸ ਕੋਲ ਗਿਰਵੀ ਰੱਖ ਦਿੱਤੇ ਜਾਂਦੇ ਆ। ਤਾਂ ਹੀ ਤਾਂ ਕਿਹਾ ਜਾਂਦਾ ਕਿ ਸਾਡੇ ਸਮਾਜ ਵਿੱਚ ਔਰਤ ਦਾ ਮੁੱਲ ਇੱਕ ਕੌਡੀ ਦੇ ਸਮਾਨ ਹੁੰਦਾ। ਸ਼ਾਇਦ ਕੌਡੀ ਦਾ ਵੀ ਮੁੱਲ ਹੁੰਦਾ, ਪਰ ਔਰਤ ਦਾ ਕੋਈ ਮੁੱਲ ਪਾਇਆ ਨਹੀਂ ਜਾਂਦਾ। ਸੁਰਿੰਦਰ ਕਿਰਾਏ 'ਤੇ ਆ ਬੈਠ ਜਾਂਦੀ ਆ, ਪਰ ਘਰ ਦਾ ਖਰਚਾ ਕੌਣ ਕਰੇ? ਘਰ ਵਾਲਾ ਜਿਸ ਨੂੰ ਸ਼ਾਮ ਨੂੰ ਸ਼ਰਾਬ ਚਾਹੀਦੀ ਸੀ, ਘਰ ਦੇ ਖਰਚੇ ਜਾਂ ਰਾਸ਼ਨ ਤੱਕ ਕੋਈ ਮਤਲਬ ਨਹੀਂ ਸੀ। ਸੁਰਿੰਦਰ 10 ਘਰ ਵਾਲਾ ਅੱਤ ਦਰਜੇ ਦਾ ਘਟੀਆ ਇਨਸਾਨ ਹੁੰਦਾ, ਜੋ ਆਪਣੇ ਨਸ਼ੇ ਦੀ ਪੂਰਤੀ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਤਾਂ ਇੱਕ ਰਾਤ ਆਪਣੇ ਕਿਸੇ ਦੋਸਤ ਨੂੰ ਘਰ ਬੁਲਾਉਂਦਾ, ਜੋ ਇਸ ਨੂੰ ਸ਼ਰਾਬ ਪਿਲਾਉਂਦਾ। ਜਦੋਂ ਸੁਰਿੰਦਰ ਦਾ ਘਰ ਵਾਲਾ ਪੂਰੀ ਤਰ੍ਹਾਂ ਸ਼ਰਾਬ ਦੇ ਨਸ਼ੇ ਵਿੱਚ ਟੁੰਨ ਹੋ ਜਾਂਦਾ ਤਾਂ ਉਹੀ ਦੋਸਤ ਸੁਰਿੰਦਰ ਨਾਲ ਬਦਤਮੀਜ਼ੀ ਕਰਦਾ। ਜਦੋਂ ਉਹ ਉਸ ਦਾ ਵਿਰੋਧ ਕਰਦੀ ਆ ਤਾਂ ਉਹ ਅੱਗਿਓਂ ਕਹਿੰਦਾ, ਤੇਰਾ ਖਸਮ ਨੇ ਤੇਰਾ ਮੁੱਲ ਲਿਆ ਮੇਰੇ ਕੋਲੋਂ। ਤਾਂ ਸੁਰਿੰਦਰ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ, ਕਿਉਂਕਿ ਉਹ ਉਸ ਸਮੇਂ 3 ਮਹੀਨਿਆਂ ਦੀ ਗਰਭਵਤੀ ਹੁੰਦੀ ਆ। ਜੋ ਉਸਦੇ ਸਿਰ ਦਾ ਸਾਈਂ ਹੁੰਦਾ ਉਹ ਬਗਾਨੇ ਹੱਥਾਂ 'ਚ ਵੇਚ ਕੇ ਉਸਦੀ ਕੀਮਤ ਲਗਾ ਜਾਂਦਾ। ਇਹੀ ਦਰਦ ਸੀ ਸੁਰਿੰਦਰ ਦੇ ਦਿਲ ਦੇ ਅੰਦਰ, ਪਰ ਉਸਦੇ ਤਾਂ ਆਪਣੇ ਹੀ ਉਸਦੇ ਮਾਸ ਨੂੰ ਗਿਰਜਾਂ ਵਾਂਗ ਨੋਚ-ਨੋਚ ਕੇ ਖਾਣਾ ਚਾਹੁੰਦੇ ਸੀ।
ਹੁਣ ਹਰ ਰੋਜ਼ ਤਾਂ ਇਹੀ ਸਿਲਸਿਲਾ ਹੁੰਦਾ। ਹਰ ਦਿਨ ਨਵਾਂ ਕੋਈ ਨਾ ਕੋਈ ਨਵਾਂ ਵਿਅਕਤੀ ਸ਼ਰਾਬ ਪਿਲਾਉਂਦਾ ਤੇ ਉਸ ਦੀ ਕੀਮਤ ਸੁਰਿੰਦਰ ਨੂੰ ਚੁਕਾਉਣੀ ਪੈਂਦੀ। ਪਤਾ ਨਹੀਂ ਕਿੰਨੀਆਂ ਨੇ ਉਸ ਨੂੰ ਨੋਚਿਆ, ਉਸ ਦੀ ਰੂਹ ਨੂੰ ਜ਼ਖਮੀ ਕਰਕੇ ਉਸ ਦੇ ਦਿਲ ਨੂੰ ਛੱਲਣੀ ਕੀਤਾ। ਇਹ ਸਭ ਉਦੋਂ ਰੁਕਿਆ ਜਦ ਉਸ ਨੇ 8ਵਾਂ ਮਹੀਨਾ ਆਪਣੇ ਪਿਤਾ ਕੋਲ ਆ ਗਈ। ਆਪਣੇ ਪਾਪਾ ਦੇ ਘਰ ਆ ਕੇ ਉਸਨੇ ਇੱਕ ਬੇਟੇ ਨੂੰ ਜਨਮ ਦਿੱਤਾ, ਜਿਸ ਨੂੰ ਪਾ ਕੇ ਸੁਰਿੰਦਰ ਆਪਣੇ ਸਾਰੇ ਗਮ ਇੱਕ ਵਾਰ 'ਚ ਹੀ ਭੁੱਲ ਗਈ। ਪਰ ਇਹ ਖੁਸ਼ੀਆਂ ਥੋੜ੍ਹੀ ਦੇਰ ਹੀ ਉਸ ਕੋਲ ਰਹੀਆਂ, ਕਿਉਂਕਿ ਬੇਟੇ ਦੇ ਜਨਮ 'ਤੇ ਥੋੜ੍ਹੇ ਸਮੇਂ ਬਾਅਦ ਹੀ ਉਸ ਦਾ ਘਰ ਵਾਲਾ ਉਸ ਨੂੰ ਫਿਰ ਆਪਣੇ ਨਾਲ ਲੈ ਗਿਆ। ਬਸ ਹੁਣ ਫਿਰ ਸੁਰਿੰਦਰ ਦੀ ਦੁਰਦਸ਼ਾ ਦਾ ਸਿਲਸਿਲਾ ਸ਼ੁਰੂ ਹੋਣ ਵਾਲਾ ਸੀ। ਪਰ ਉਹ ਕੋਈ ਕੰਮ ਨਾ ਕਰਦਾ, ਬਸ ਉਹ ਸੁਰਿੰਦਰ ਨੂੰ ਆਪਣੇ ਦੋਸਤਾਂ ਕੋਲ ਭੇਜਦਾ ਜੋ ਇਹਨਾਂ ਦੇ ਘਰ ਦਾ ਖਰਚਾ ਚੁੱਕਦੇ। ਪਰ ਸੁਰਿੰਦਰ ਮਜਬੂਰ ਕੁਝ ਨਾ ਕਹਿੰਦੀ, ਸਭ ਸਹਿੰਦੀ ਰਹੀ, ਕਿਉਂਕਿ ਉਸ ਦੀ ਛੋਟੀ ਭੈਣ ਤਜਿੰਦਰ ਅਜੇ ਕੁਆਰੀ ਸੀ। ਜੇ ਇਹ ਰੌਲਾ ਪਾਉਂਦੀ ਤਾਂ ਉਸ ਦੀ ਬਦਨਾਮੀ ਹੋ ਜਾਣੀ ਸੀ, ਫਿਰ ਉਸ ਦਾ ਵੀ ਰਿਸ਼ਤਾ ਨਹੀਂ ਹੋਣਾ ਸੀ। ਇਹ ਸੋਚ ਕੇ ਚੁੱਪ ਰਹੀ ਕਿ ਚਲੋ ਉਸ ਦਾ ਰਿਸ਼ਤਾ ਹੋ ਜਾਵੇ। ਪਹਿਲਾਂ ਸਮਾਂ ਬੀਤਦਾ ਗਿਆ। ਤਜਿੰਦਰ ਵਧੀਆ ਪੜ੍ਹ ਲਿਖ ਗਈ, ਉਸ ਨੂੰ ਇੱਕ ਵਧੀਆ ਪਰਿਵਾਰ ਦਾ ਮੁੰਡਾ ਮਿਲ ਗਿਆ। ਪਰ ਮੁੰਡੇ ਵਾਲੇ ਗਰੀਬ ਸਨ। ਤਜਿੰਦਰ ਜੋ ਬਾਹਰ ਜਾਣ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੀ ਸੀ, ਪਰ ਪੈਸੇ ਕਰਕੇ ਮਾਰ ਪੈਂਦੀ ਸੀ। ਜਦੋਂ ਇਸ ਸੰਬੰਧੀ ਚਰਨ ਨੇ ਬਰਾੜ ਸਾਹਿਬ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕੁਝ ਮਦਦ ਆਪ ਕੀਤੀ ਤੇ ਕੁਝ ਬੈਂਕ ਤੋਂ ਲੋਨ ਕਰਵਾ ਦਿੱਤਾ, ਜਿਸ ਨਾਲ ਤਜਿੰਦਰ ਦਾ ਵਿਆਹ ਹੋ ਗਿਆ ਤੇ 6 ਮਹੀਨਿਆਂ ਮਗਰੋਂ ਕੈਨੇਡਾ ਚਲੀ ਗਈ। ਇੱਧਰ ਸੁਰਿੰਦਰ ਦਾ ਬੇਟਾ ਵੀ ਥੋੜ੍ਹਾ ਵੱਡਾ ਹੋ ਗਿਆ ਸੀ, ਜਿਸ ਨੂੰ ਸਕੂਲ ਲਾਉਣ ਬਾਰੇ ਸੋਚਦੀ। ਪਰ ਤਜਿੰਦਰ ਜਾਣ ਪਿੱਛੋਂ ਉਹ ਮਨ ਵਿੱਚ ਵਿਚਾਰ ਕਰਦੀ ਕਿ ਹੁਣ ਹੋਰ ਨਹੀਂ ਸਹਾਂਗੀ, ਹੁਣ ਪਾਪਾ ਨਾਲ ਗੱਲ ਕਰਨੀ ਪੈਣੀ ਆ। ਤਾਂ ਉਹ ਆਪਣੇ ਪਾਪਾ ਕੋਲ ਆ ਜਾਂਦੀ ਆ, ਪਾਪਾ ਨੂੰ ਸਾਰੀ ਗੱਲ ਦੱਸਦੀ ਆ ਤਾਂ ਉਹਨਾਂ ਨੇ ਉਸ ਦੀਆਂ ਗੱਲਾਂ ਸੁਣ ਕੇ ਹੋਸ਼ ਉੱਡ ਜਾਂਦੇ ਆ। ਉਹ ਬੈੱਡ ਤੋਂ ਉੱਤਰ ਕੇ ਜ਼ਮੀਨ 'ਤੇ ਬੈਠ ਜਾਂਦੇ ਆ ਜਿਵੇਂ ਕੋਈ ਮਰ ਗਿਆ ਹੋਵੇ। ਫਿਰ ਜਿੰਨੀ ਵਾਹ ਲੱਗਦੀ ਆ ਓਨੀ ਵਾਹ ਨਾਲ ਸੁਰਿੰਦਰ ਨੂੰ ਚੱਪੜਾਂ ਨਾਲ ਮਾਰਦਾ। ਉਹਦਾ ਬੇਟਾ ਵੀ ਇਹ ਸਭ ਦੇਖ ਰਿਹਾ ਹੁੰਦਾ ਤੇ ਸੁਰਿੰਦਰ ਚੁੱਪ ਕਰਕੇ ਮਾਰ ਸਹਿ ਲੈਂਦੀ ਆ, ਪਰ ਮੂੰਹੋਂ ਸੀ ਤੱਕ ਨਹੀਂ ਕਹਿੰਦੀ। ਅਖੀਰ ਥੱਕ ਹਾਰ ਕੇ ਚਰਨ ਉਸ ਨੂੰ ਕਹਿੰਦਾ ਕਿ ਹੁਣ ਤੂੰ ਉੱਥੇ ਨਹੀਂ ਜਾਵੇਂਗੀ। ਉੱਧਰ ਜਦੋਂ ਇਸ ਗੱਲ ਦਾ ਪਤਾ ਸੁਰਿੰਦਰ ਦੇ ਘਰ ਵਾਲੇ ਨੂੰ ਲੱਗਦਾ, ਤੂੰ ਆਪਣੇ ਦੋਸਤਾਂ ਸਮੇਤ ਧਮਕੀਆਂ ਦਿੰਦਾ ਤੇ ਸੁਰਿੰਦਰ ਦੇ ਘਰ ਆ ਕੇ ਮਾਰ ਕਟਾਈ ਵੀ ਕਰਦਾ। ਜਦੋਂ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ ਤਾਂ ਚਰਨ ਸਿੰਘ ਬਰਾੜ ਸਾਹਿਬ ਕੋਲ ਜਾਂਦਾ ਤੇ ਰੋ ਰੋ ਕੇ ਸਾਰੀ ਘਟਨਾ ਬਿਆਨ ਕਰਦਾ। ਤਾਂ ਬਰਾੜ ਸਾਹਿਬ ਪੁਲਿਸ ਨੂੰ ਕਹਿ ਕੇ ਸੁਰਿੰਦਰ ਦੇ ਘਰ ਵਾਲੇ ਨੂੰ ਸਬਕ ਸਿਖਾਉਂਦੇ ਆ, ਜਿਸ ਤੋਂ ਬਾਅਦ ਉਹ ਤਲਾਕ ਦੇਣ ਲਈ ਰਾਜ਼ੀ ਹੋ ਜਾਂਦਾ। ਇਸ ਤਰ੍ਹਾਂ ਕਰਕੇ ਤਲਾਕ ਹੋਣ ਤੋਂ ਬਾਅਦ ਸੁਰਿੰਦਰ ਆਪਣੇ ਪਾਪਾ ਕੋਲ ਰਹਿੰਦੀ ਆ। ਪਰ ਚਰਨ ਸਿੰਘ ਇਹ ਸਦਮਾ ਨਹੀਂ ਸਹਾਰ ਪਾਉਂਦਾ ਤੇ ਸਦਾ ਲਈ ਸੁਰਿੰਦਰ ਨੂੰ ਇਕੱਲੀ ਛੱਡ ਜਾਂਦਾ। ਸੁਰਿੰਦਰ ਹੁਣ ਇਕੱਲੀ ਰਹਿ ਜਾਂਦੀ ਆ। ਹੁਣ ਉਸ ਕੋਲ ਆਪਣਾ ਘਰ ਵੀ ਨਹੀਂ ਹੁੰਦਾ, ਕਿਉਂਕਿ ਉਹ ਯੂਨੀਵਰਸਿਟੀ ਦੇ ਕੈਂਪਸ ਵਿੱਚ ਵੀ ਨਹੀਂ ਰਹਿ ਹੁੰਦੇ। ਹੁਣ ਚਰਨ ਦੀ ਮੌਤ ਤੋਂ ਬਾਅਦ ਘਰ ਖਾਲੀ ਕਰਨਾ ਪੈਂਦਾ। ਪਰ ਉਹੀ ਬਰਾੜ ਸਾਹਿਬ ਇੱਕ ਵਾਰ ਫਿਰ ਸੁਰਿੰਦਰ ਦੇ ਪਰਿਵਾਰ ਲਈ ਦੇਵਤਾ ਬਣ ਬੋੜਦਾ। ਉਹ ਫਿਰ ਆਪਣੀ ਧੀ ਵਾਂਗ ਸੁਰਿੰਦਰ ਦੇ ਸਿਰ 'ਤੇ ਹੱਥ ਰੱਖ ਉਸ ਨੂੰ ਹੌਸਲਾ ਦਿੰਦਾ ਤੇ ਉਸ ਦਾ ਨਾਮ ਯੂਨੀਵਰਸਿਟੀ ਦੇ ਕੱਚੇ ਮੁਲਾਜ਼ਮਾਂ ਦੀ ਲਿਸਟ ਵਿੱਚ ਪਵਾ ਦਿੰਦਾ। ਘਰ ਵੀ ਉਸ ਕੋਲ ਰਹਿ ਜਾਵੇ, ਸਾਰੀ ਕਾਗਜ਼ੀ ਕਾਰਵਾਈ ਕਰਦੇ ਤੇ ਚਰਨ ਸਿੰਘ ਦਾ ਸਾਰਾ ਪੈਸਾ ਕਢਵਾ ਕੇ ਦੇ ਦਿੰਦਾ। ਇਸੇ ਤਰ੍ਹਾਂ ਸੁਰਿੰਦਰ ਨੌਕਰੀ ਕਰਨ ਲੱਗਦੀ ਆ ਤੇ ਆਪਣੇ ਬੇਟੇ ਨੂੰ ਪੜ੍ਹਾ ਰਹੀ ਹੁੰਦੀ ਆ। ਪਰ ਸਮਾਜ ਦੀਆਂ ਗੰਦੀਆਂ ਨਜ਼ਰਾਂ ਉਸ ਦਾ ਹਮੇਸ਼ਾ ਪਿੱਛਾ ਕਰਦੀਆਂ। ਘਰ ਤੋਂ ਕੰਮ 'ਤੇ ਜਾਂਦੀ, ਪਰ ਹਰ ਥਾਂ ਜਲੀਲ ਹੋਣਾ ਪੈਂਦਾ। ਸਮਾਜ ਦੇ ਠੇਕੇਦਾਰ ਔਰਤ 'ਤੇ ਆਪਣਾ ਹੱਕ ਸਮਝਦੇ ਹਨ, ਜਿਸ ਦੀ ਕੀਮਤ ਔਰਤ ਨੂੰ ਪੈਰ 'ਤੇ ਚੁਕਾਉਣੀ ਪੈਂਦੀ ਆ। ਸਮਾਂ ਲੰਘਦਾ ਗਿਆ। ਸੁਰਿੰਦਰ ਦਾ ਬੇਟਾ ਹੁਣ ਕੁਝ ਹੁਸ਼ਿਆਰ ਹੋ ਗਿਆ, ਪਰ ਨੌਕਰੀ ਕੱਚੀ ਹੋਣ ਕਰਕੇ ਘਰ ਦਾ ਗੁਜ਼ਾਰਾ ਨਾ ਹੁੰਦਾ। ਇੱਕ ਸੁਰਿੰਦਰ ਵੈਸੇ ਵੀ ਇਕੱਲੀ ਰਹਿ ਗਈ ਸੀ, ਕਿਉਂਕਿ ਉਸ ਦੀ ਭੈਣ ਨੇ ਬਾਹਰ ਜਾ ਕੇ ਉਸ ਨਾਲੋਂ ਬਿਲਕੁਲ ਵੀ ਨਾਤਾ ਤੋੜ ਲਿਆ ਸੀ। ਉੱਪਰੋਂ ਬੱਚੇ ਦੀ ਜ਼ਿੰਮੇਵਾਰੀ ਅਲੱਗ ਸੀ। ਸੁਰਿੰਦਰ ਨੂੰ ਦਿਨ ਰਾਤ ਉਸ ਦੇ ਭਵਿੱਖ ਦਾ ਫਿਕਰ ਤੋੜ ਖਾਂਦਾ। ਉਹ ਚਾਹ ਕੇ ਵੀ ਨਾ ਰੋ ਸਕਦੀ ਤੇ ਹੱਸ ਸਕਦੀ। ਪਰ ਕਹਿੰਦੇ ਹੁੰਦੇ ਆ, ਜਿਸ ਦਾ ਕੋਈ ਨਹੀਂ ਹੁੰਦਾ ਉਸ ਦਾ ਕੋਈ ਨਾ ਕੋਈ ਅਜਿਹਾ ਮਿਲ ਜਾਂਦਾ ਜਿਸ ਨੂੰ ਉਸ ਦੀ ਤਲਾਸ਼ ਹੁੰਦੀ ਆ। ਅਜਿਹਾ ਹੀ ਇੱਕ ਇਨਸਾਨ ਸੁਰਿੰਦਰ ਦੀ ਜ਼ਿੰਦਗੀ ਵਿੱਚ ਆਉਂਦਾ, ਜਿਸ ਦਾ ਨਾਮ ਹਰਨੇਕ ਹੁੰਦਾ, ਜੋ ਕਿ ਖੁਦ ਸ਼ਾਦੀशुदा ਹੁੰਦਾ ਤੇ ਸੁਰਿੰਦਰ ਤੋਂ ਕੁਝ ਸਾਲ ਪਹਿਲਾਂ ਵੱਡਾ ਵੀ ਹੁੰਦਾ। ਦੋਨੋਂ ਇੱਕ ਹੀ ਡਿਪਾਰਟਮੈਂਟ ਵਿੱਚ ਹੁੰਦੇ ਆ। ਦੋਸਤੀ ਤੋਂ ਰਿਸ਼ਤੇ ਦੀ ਸ਼ੁਰੂਆਤ ਹੁੰਦੀ ਆ, ਪਰ ਦੋਹਾਂ ਦੇ ਦਿਲ ਦੇ ਜਜ਼ਬੇ ਉਹਨਾਂ ਨੂੰ ਜਲਦੀ ਹੀ ਇੱਕ ਦੂਜੇ ਦੇ ਨੇੜੇ ਲੈ ਆਉਂਦੇ ਆ। ਹੁਣ ਦੋਨਾਂ ਦਾ ਦੁੱਖ ਸੁੱਖ ਸਾਂਝਾ ਹੋਣ ਲੱਗਦਾ। ਹਰਨੇਕ ਸੁਰਿੰਦਰ ਦਾ ਹਰ ਪੈਰ 'ਤੇ ਸਾਥ ਦਿੰਦਾ। ਸੁਰਿੰਦਰ ਨੂੰ ਵੀ ਹਰਨੇਕ ਨਾਲ ਗੱਲ ਕਰਕੇ ਕੁਝ ਸਕੂਨ ਮਿਲਦਾ। ਸ਼ਾਇਦ ਹਰਨੇਕ ਉਸ ਨੂੰ ਆਪਣੇ ਭਵਿੱਖ ਦਾ ਚੰਗਾ ਸਾਥੀ ਲੱਗਦਾ, ਕਿਉਂਕਿ ਉਸ ਨੂੰ ਇੱਕ ਸਹਾਰੇ ਦੀ ਲੋੜ ਸੀ, ਜੋ ਕਿ ਉਸ ਨੂੰ ਹਰਨੇਕ ਆਪਣਾ ਸਹਾਰਾ ਲੱਗਦਾ। ਜਦੋਂ ਸੁਰਿੰਦਰ ਨੂੰ ਪੈਸੇ ਦੀ ਲੋੜ ਹੁੰਦੀ ਆ ਤਾਂ ਹਰਨੇਕ ਕੁਝ ਪੈਸੇ ਵੀ ਦੇ ਦਿੰਦਾ,
ਪਰ ਕਹਿੰਦੇ ਨੇ ਔਰਤਾਂ ਵੱਲੋਂ ਆਪਣੇ ਤੇ ਕੀਤੇ ਅਹਿਸਾਨ ਦਾ ਬਦਲਾ ਉਸ ਨੂੰ ਆਪਣੀ ਇੱਜ਼ਤ ਦੇ ਜ਼ਰੀਏ ਚੁਕਾਉਣਾ ਪੈਂਦਾ। ਇਹੀ ਸਾਡੇ ਸਮਾਜ ਦੀ ਤਰਾਸਦੀ ਆ। ਸੁਰਿੰਦਰ ਨਾਲ ਵੀ ਇਹੀ ਕੁਝ ਹੋ ਰਿਹਾ ਸੀ, ਪਰ ਫਿਰ ਵੀ ਉਹ ਕਿਵੇਂ ਨਾ ਕਿਵੇਂ ਆਪਣਾ ਗੁਜ਼ਾਰਾ ਕਰਦੀ। ਲੋਕਾਂ ਦੀਆਂ ਕਿੰਨੀਆਂ ਹੀ ਗੱਲਾਂ ਸਹਿੰਦੀ, ਕੋਈ ਉਸ ਨੂੰ ਕੁਝ ਆਖਦਾ, ਕੋਈ ਕੁਝ, ਪਰ ਸੁਰਿੰਦਰ ਸਭ ਕੁਝ ਸਹਿ ਰਹੀ। ਸ਼ਾਇਦ ਉਸ ਨੂੰ ਇਹਨਾਂ ਗੱਲਾਂ ਦੇ ਉੱਪਰ ਆਪਣੇ ਬੇਟੇ ਦਾ ਭਵਿੱਖ ਦਿਖਦਾ ਸੀ। ਇਹੀ ਉਸ ਦੀ ਸਭ ਤੋਂ ਵੱਡੀ ਮਜਬੂਰੀ ਸੀ। ਉੱਧਰ ਹਰਨੇਕ ਨਾਲ ਵੀ ਸੁਰਿੰਦਰ ਦਾ ਰਿਸ਼ਤਾ ਵੀ ਸਮੇਂ ਨਾਲ ਗੂੜਾ ਹੁੰਦਾ ਗਿਆ। ਦੋਨੋਂ ਸਮੇਂ ਤੇ ਮਜਬੂਰੀਆਂ ਨੇ ਇੰਨੇ ਨੇੜੇ ਕਰ ਦਿੱਤੇ ਕਿ ਦੋਹਾਂ ਨੂੰ ਇੱਕ ਦੂਜੇ ਤੋਂ ਬਿਨਾਂ ਕੁਝ ਨਾ ਦਿਖਦਾ। ਸੁਰਿੰਦਰ ਦਿਲੋਂ ਵੀ ਹਰੇਕ ਨੂੰ ਚਾਹਣ ਲੱਗ ਜਾਂਦੀ ਤੇ ਉਸ ਦੇ ਦਿਲ ਦੀ ਤਮੰਨਾ ਹੁੰਦੀ ਕਿ ਕਾਸ਼ ਉਹ ਆਪਣੀ ਰਹਿੰਦੀ ਜ਼ਿੰਦਗੀ ਵੀ ਇੱਕ ਦੂਜੇ ਦੇ ਜੀਵਨ ਸਾਥੀ ਬਣ ਲੰਘਾਉਣ। ਰੋਜ਼ ਸ਼ਾਮ ਨੂੰ ਉਸ ਦਾ ਘਰ ਵਾਲਾ ਕੰਮ ਤੋਂ ਆਵੇ ਤੇ ਉਹ ਉਸ ਦਾ ਮਨਪਸੰਦ ਖਾਣਾ ਬਣਾ ਕੇ ਇੰਤਜ਼ਾਰ ਕਰੇ, ਪਰ ਸ਼ਾਇਦ ਇਹ ਸੁੱਖ ਰੱਬ ਉਸ ਦੇ ਨਸੀਬ ਵਿੱਚ ਲਿਖਣਾ ਭੁੱਲ ਗਿਆ ਸੀ। ਜਿੰਨਾ ਵੀ ਸਮਾਂ ਹਰਨੇਕ ਨਾਲ ਮਿਲਦਾ ਉਹ ਉਸ ਵਿੱਚ ਹੀ ਆਪਣੀ ਪੂਰੀ ਜ਼ਿੰਦਗੀ ਜਿਉਂ ਲੈਂਦੀ ਤੇ ਛੋਟੀਆਂ-ਛੋਟੀਆਂ ਖੁਸ਼ੀਆਂ ਨਾਲ ਹਰ ਪਲ ਮਾਣਦੀ। ਸਮਾਂ ਆਪਣੀ ਚਾਲ ਚੱਲਦਾ ਗਿਆ। ਸੁਰਿੰਦਰ ਦੇ ਬੇਟੇ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਨਿਕਲਿਆ। ਉਸਨੇ ਹੁਣ 12ਵੀਂ ਵਧੀਆ ਨੰਬਰਾਂ ਨਾਲ ਕਰਕੇ ਆਈਲੈਟਸ ਪਾਸ ਕਰ ਲਿਆ। ਸੁਰਿੰਦਰ ਨੇ ਬੜੀ ਭੱਜ ਨੱਠ ਕੀਤੀ ਤੇ ਬਹੁਤ ਕੁਝ ਹਰਨੇਕ ਨੇ ਵੀ ਮਦਦ ਕੀਤੀ। ਸੁਰਿੰਦਰ ਦੇ ਆਪਣੇ ਬੇਟੇ ਨੂੰ ਬਾਹਰ ਭੇਜ ਦਿੱਤਾ। ਹੁਣ ਉਹ ਆਪਣੇ ਤਨਖਾਹ ਦੇ ਪੈਸੇ ਜੋੜਦੀ ਤੇ ਬਾਹਰ ਬੇਟੇ ਨੂੰ ਖਰਚੇ ਲਈ ਭੇਜਦੀ। ਸਮਾਂ ਬਹੁਤ ਬਲਵਾਨ ਹੁੰਦਾ। ਹੁਣ ਕੁਝ ਸਾਲਾਂ ਮਗਰੋਂ ਪੜ੍ਹਾਈ ਪੂਰੀ ਹੋਣ ਪਿੱਛੋਂ ਉਸਦੇ ਬੇਟੇ ਨੂੰ PR ਮਿਲ ਗਈ ਸੀ ਤੇ ਉਸਨੇ ਸੁਰਿੰਦਰ ਦੇ ਕਾਗਜ਼ ਵੀ ਭੇਜ ਦਿੱਤੇ ਤੇ ਸੁਰਿੰਦਰ ਦਾ ਵੀਜ਼ਾ ਆ ਗਿਆ। ਸੁਰਿੰਦਰ ਨੇ ਜਦੋਂ ਆਪਣੇ ਵੀਜ਼ੇ ਬਾਰੇ ਹਰਨੇਕ ਨਾਲ ਕੋਈ ਗੱਲ ਨਾ ਕੀਤੀ ਕਿ ਉਹ ਉਸਦੇ ਜਾਣ ਬਾਰੇ ਸੁਣ ਕੇ ਉਦਾਸ ਨਾ ਹੋਵੇ। ਸੁਰਿੰਦਰ ਇੱਕ ਪ੍ਰਕਾਰ ਦੁਵਿਧਾ ਵਿੱਚ ਫਸ ਜਾਂਦੀ ਆ ਕਿ ਜਿਸ ਇਨਸਾਨ ਨੇ ਹਰ ਕਦਮ ਤੇ ਉਸ ਦਾ ਸਾਥ ਦਿੱਤਾ, ਹੁਣ ਉਸ ਨੂੰ ਛੱਡ ਕੇ ਕਿਵੇਂ ਬਾਹਰ ਜਾਵੇ, ਕਿਉਂਕਿ ਸੁਰਿੰਦਰ ਨੂੰ ਮਹਿਸੂਸ ਹੁੰਦਾ ਕਿ ਹਰਨੇਕ ਦਾ ਉਸ ਪਿੱਛੋਂ ਕੀ ਹੋਵੇਗਾ, ਕਿਉਂਕਿ ਉਸ ਨੂੰ ਹੁਣ ਉਸ ਦੀ ਜ਼ਿਆਦਾ ਜ਼ਰੂਰਤ ਸੀ। ਉਮਰ ਦੇ ਇਸ ਪੜਾਅ 'ਤੇ ਸ਼ਾਇਦ ਉਹ ਦੋਨੋਂ ਇੱਕ ਦੂਜੇ ਨੂੰ ਬਹੁਤ ਪਿਆਰ ਵੀ ਕਰਨ ਲੱਗ ਗਏ ਸੀ। ਸੁਰਿੰਦਰ ਦਿਲ ਦੇ ਹੱਥ ਮਜਬੂਰ ਕੋਈ ਫੈਸਲਾ ਨਹੀਂ ਲੈ ਪਾਉਂਦੀ, ਕਿਉਂਕਿ ਇੱਕ ਪਾਸੇ ਉਸ ਨੂੰ ਇਹ ਵੀ ਡਰ ਸੀ ਕਿ ਜੇ ਉਹ ਹਰਨੇਕ ਨੂੰ ਛੱਡ ਕੇ ਜਾਵੇਗੀ ਤਾਂ ਕਿਧਰੇ ਹਰਨੇਕ ਇਹ ਨਾ ਸੋਚੇ ਕਿ ਸੁਰਿੰਦਰ ਆਪਣਾ ਮਤਲਬ ਕੱਢ ਕੇ ਬਾਹਰ ਚਲੀ ਗਈ। ਪਰ ਕੋਈ ਫੈਸਲਾ ਤਾਂ ਲੈਣਾ ਸੀ। ਫਿਰ ਉਹ ਇੱਕ ਦਿਨ ਹੌਸਲਾ ਜਿਹਾ ਕਰਕੇ ਹਰਨੇਕ ਨੂੰ ਆਪਣੇ ਵੀਜ਼ਾ ਆਉਣ ਬਾਰੇ ਦੱਸ ਦਿੰਦੀ ਆ, ਜਿਸ ਨੂੰ ਸੁਣ ਕੇ ਹਰਨੇਕ ਬਹੁਤ ਖੁਸ਼ ਹੋਇਆ ਤੇ ਨਾਲ ਹੀ ਸੁਰਿੰਦਰ ਦੇ ਦਿਲ ਦੀ ਹਾਲਤ ਨੂੰ ਸਮਝਦਾ ਹੋਇਆ ਉਸ ਨੂੰ ਕਹਿ ਦਿੰਦਾ ਕਿ ਤੈਨੂੰ ਮੇਰੀ ਕਸਮ ਹੈ, ਜੇ ਤੂੰ ਜਲਦੀ ਨਾਲ ਆਪਣੇ ਬੇਟੇ ਕੋਲ ਨਾ ਗਈ ਤੇ ਮੇਰੇ ਨਾਲ ਵਾਅਦਾ ਕਰਕੇ ਤੂੰ ਸਭ ਕੁਝ ਭੁੱਲ ਕੇ ਆਪਣੀ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰੇਂਗੀ। ਸੁਰਿੰਦਰ ਉਸ ਨੂੰ ਕੁਝ ਨਹੀਂ ਕਹਿੰਦੀ, ਬਸ ਉਸ ਦਾ ਮਨ ਭਰ ਆਉਂਦਾ। ਹਰਨੇਕ ਉਸ ਨੂੰ ਹੌਸਲਾ ਦਿੰਦਾ ਤੇ ਅਗਲੇ ਦਿਨ ਤੋਂ ਉਸ ਦੇ ਜਾਣ ਦੀ ਤਿਆਰੀ ਵਾਸਤੇ ਕੁਝ ਪੈਸੇ ਦੇ ਜਾਂਦਾ ਤੇ ਖੁਸ਼ੀ-ਖੁਸ਼ੀ ਉਸ ਨਾਲ ਸਾਰੀ ਖਰੀਦਦਾਰੀ ਕਰਵਾਉਂਦਾ। ਅਖੀਰ ਉਹ ਦਿਨ ਆ ਜਾਂਦਾ ਜਦ ਸੁਰਿੰਦਰ ਹਰਨੇਕ ਨੂੰ ਸਦਾ ਲਈ ਛੱਡ ਕੇ ਆਪਣੇ ਬੇਟੇ ਕੋਲ ਚਲੀ ਜਾਂਦੀ ਆ, ਕਿਉਂਕਿ ਕਿਹਾ ਜਾਂਦਾ ਹੈ ਔਰਤ ਚਾਹੇ ਮਰਦ ਨੂੰ ਕਿੰਨਾ ਮਰਜ਼ੀ ਕਹਿ ਦੇਵੇ ਕਿ ਉਹ ਉਸ ਨੂੰ ਬਹੁਤ ਪਿਆਰ ਕਰਦੀ ਆ, ਪਰ ਉਸ ਦਾ ਅਸਲੀ ਤੇ ਪਹਿਲਾ ਪਿਆਰ ਉਸ ਦਾ ਬੱਚਾ ਹੀ ਹੁੰਦਾ। ਸੁਰਿੰਦਰ ਦੀ ਮਮਤਾ ਦੇ ਪਹਿਲੇ ਪਿਆਰ ਅੱਗੇ ਹਾਰ ਦੂਜੇ ਪਿਆਰ ਨੂੰ ਛੱਡ ਤੇ ਨਸੀਬ ਦੇ ਲਿਖੇ ਅਗਲੇ ਇਮਤਿਹਾਨ ਲਈ ਤਿਆਰ ਹੋ ਕੇ ਬਹੁਤ ਦੂਰ ਚਲੀ ਜਾਂਦੀ ਆ। ਹੁਣ ਦੇਖੋ ਉਸ ਦਾ ਨਸੀਬ ਉਸ ਨਾਲ ਕਿੰਨਾ ਕੁ ਨਿਆਂ ਕਰਦਾ।